ਭਾਵੇਂ ਜਿੰਨੇ ਵੀ ਸਾਡੇ ਰਾਜਨੀਤੀ ਨੇ, ਜਿੰਨੇ ਅਫਸਰ ਨੇ, ਇਹਨਾਂ ਸਾਰਿਆਂ ਨੇ ਆਪਣੀ ਬੇਨਾਮੀ ਪ੍ਰਾਪਰਟੀ ਬਣਾਈ ਹੋਈ ਹੈ। ਕਿਸਾਨੀ ਦੇ ਨਾਂ 'ਤੇ ਉਹਨਾਂ ਦੇ ਬਹੁਤ ਵੱਡੇ ਫਾਰਮ ਚੱਲ ਰਹੇ ਹੈ। ਬਹੁਤ ਜੇ ਇੰਨਾ ਰੈਵਨਿਊ ਆ ਜਾਵੇ ਪੰਜਾਬ ਨੂੰ ਤਾਂ ਹੋ ਸਕਦਾ ਪੰਜਾਬ ਆਪਣਾ ਕਰਜ਼ਾ ਮਾਫ ਤਾਂ ਕਰ ਹੀ ਸਕਦਾ। ਸਾਰੇ ਜਿਹੜੇ ਆਪਣੇ ਜਿਹੜੇ ਵਸਿੰਦੇ ਨੇ, ਜਿਹੜੇ ਪੰਜਾਬ ਦੇ ਵਸਨੀਕ, ਇਹਨਾਂ ਨੂੰ ਟੈਕਸ ਫ੍ਰੀ ਕਰ ਸਕਦਾ, ਇਹਨਾਂ ਨੂੰ ਰਾਹਤਾਂ ਬੜੀਆਂ ਵੱਡੀਆਂ ਦੇ ਸਕਦਾ, ਬਸ਼ਰਤੇ ਕਿ ਪੋਲਿਟਿਕਸ ਫॉर ਵੈਲਫੇਅਰ ਆਫ ਦਾ ਪੀਪਲ ਕੀਤੀ ਜਾਵੇ, ਨਾ ਕਿ ਵੋਟਾਂ ਦੀ ਰਾਜਨੀਤੀ। ਜਿਹੜੇ ਲੇਬਰ ਸੀਗੇ, ਲੇਬਰਾਂ ਨੂੰ ਰਿਟੇਨ ਕਰਕੇ ਫੈਕਟਰੀ ਮਾਲਕਾਂ ਨੇ ਆਪਣੇ ਕੋਲ ਰੱਖਿਆ ਸੀ, ਲੇਕਿਨ ਬਾਅਦ 'ਚ ਜਦੋਂ ਹਾਲਾਤ ਠੀਕ ਹੋਏ, ਸਰਕਾਰ ਨੇ ਮੁਫਤ ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹੀ ਜਿਹੜੇ ਬੰਦੇ 2-3 ਮਹੀਨੇ ਤੱਕ ਬੈਠ ਕੇ ਮਾਲਿਕ ਨੇ ਖਵਾਏ ਸੀਗੇ, ਉਹ ਸਾਰੇ ਆਪਣੇ ਫੈਕਟਰੀ ਛੱਡ ਕੇ ਪਿੰਡਾਂ ਨੂੰ ਭੱਜ ਗਏ। ਇਹ ਸਿਰਫ ਉਹਨੂੰ ਵਸੂਲੀ ਦਾ ਜਰੀਆ ਗ੍ਰੈਬਿੰਗ ਦਾ ਕੰਮ। ਇਹ ਹਮੇਸ਼ਾ ਵਸੂਲੀ ਦਾ ਜਰੀਆ ਬਣਾ ਕੇ ਰੱਖਦੇ ਆ ਇੰਡਸਟਰੀ ਨੂੰ। ਜਿਹੜੀ ਸੀਗੀ ਇੰਡਸਟਰੀ ਦੇ ਉੱਤੇ ਇੰਨੀ ਤਗੜੀ ਪੈ ਗਈ ਕਿ ਸਾਰੀ ਇੰਡਸਟਰੀ ਇੱਥੋਂ escape ਕਰ ਗਈ। ਇਸ ਮਾਹੌਲ 'ਚ ਹੁਣ ਅੱਜ ਵੀ ਪੋਲੀਟੀਸ਼ੀਅਨਸ ਨੂੰ ਇਹ ਸਮਝ ਆ ਰਹੀ ਹੈ ਕਿ ਹਾਂ, ਹੁਣ ਵਾਪਸ ਆਪਾਂ ਜਿਹੜੀ ਗਲਤੀ ਕੀਤੀ ਹੈ ਉਹ ਗਲਤੀ ਨਾ ਕੀਤੀ ਜਾਵੇ। ਜਲੰਧਰ ਦੇ ਵਿੱਚ ਇਹੋ ਜਿਹੇ ਇਹ ਦੋਨੋਂ ਜ਼ਿਲ੍ਹੇ ਇਹੋ ਜਿਹੇ ਹੈਗੇ ਜਿੱਥੇ ਯੂਪੀ ਔਰ ਬਿਹਾਰ ਦੇ ਆਧੇ ਬੰਦੇ ਉੱਥੇ ਆ ਕੇ ਨੌਕਰੀ ਕਰਦੇ ਨੇ, ਸਿਰਫ ਇਸ ਕਰਕੇ ਵੀ ਇੱਥੇ ਰੋਜ਼ਗਾਰ ਦਾ ਬਹੁਤ ਵੱਡਾ ਕੇਂਦਰ ਸੀਗਾ। ਵਸ ਰਹੇ ਨੇ, ਉਹਨਾਂ ਕੋਲੋਂ ਤੁਸੀਂ ਪ੍ਰਾਪਰਟੀ ਟੈਕਸ ਦੇ ਰੂਪ ਦੇ ਵਿੱਚ ਪੈਸਾ ਹੋਰ ਕੱਢਣਾ ਹੈ, ਜੇ ਇੱਕ ਹੋਰ ਟੈਕਸ ਇਹਨੂੰ ਵਧਾਉਣਾ ਹੈ, ਤਾਂ ਨੈਚੁਰਲੀ ਤੌਰ 'ਤੇ ਉਹ ਪੈਸਾ ਜਿਹੜਾ ਇੱਥੋਂ ਨਿਕਲੂਗਾ ਜੇਬ 'ਚੋਂ, ਉਹਦੀ ਅਲੱਗ-ਅਲੱਗ ਜਿਹੜੀ ਉਹਦੀ ਪਾਵਰ ਹੈ, ਪਾਵਰ ਆਫ ਬਾਇੰਗ ਅਦਰ ਕੋਮੋਡਿਟੀਜ਼, ਉਹ ਘਟੇਗੀ। ਜਦੋਂ ਉਹ ਘਟ ਜਾਏਗੀ ਤਾਂ ਨੈਚੁਰਲੀ ਉਹਦੀ ਮਾਰ GST 'ਤੇ ਪੈ ਜਾਏਗੀ। ਜੇਬ 'ਚੋਂ ਪੈਸਾ ਤਾਂ ਕੱਢ ਲਿਆ, ਉਹ ਦੂਜੇ ਪਾਸੇ ਉਹ ਖਰਚਾ ਕਰਨ ਤੋਂ ਰਹਿ ਗਿਆ, ਇੱਧਰੋਂ ਤੁਸੀਂ ਪੈਸਾ ਲੈ ਲਿਆ, ਉੱਧਰੋਂ ਤੁਹਾਡਾ GST ਖਤਮ ਹੋ ਗਿਆ। ਇੱਕ ਸੋਰਸ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰੋਗੇ, ਦੂਜਾ ਸੋਰਸ ਤੁਸੀਂ ਘਟਾ ਲਓਗੇ। ਸੋ ਪ੍ਰਾਪਰਟੀ ਟੈਕਸ, ਮੈਨੂੰ ਨਹੀਂ ਲੱਗਦਾ ਕਿ ਪ੍ਰਾਪਰਟੀ ਟੈਕਸ ਇਸ ਤਰ੍ਹਾਂ ਹੁਣ ਇਮੀਡੀਏਟਲੀ ਵਧਾ ਲੈਣਗੇ। ਜੇ ਇਹਨਾਂ ਨੂੰ, ਜੇ ਪੋਪੂਲਿਸਟ ਗਵਰਨਮੈਂਟ ਹੀ ਹੈ ਇਹ, ਤੇ ਪੋਪੂਲਿਸਟ ਗਵਰਨਮੈਂਟ ਇਹੋ ਜਿਹਾ ਫੈਸਲਾ ਹਲੇ ਲੈਣ ਦੀ ਸਥਿਤੀ ਵਿੱਚ ਮੈਨੂੰ ਨਹੀਂ ਲੱਗਦੀ, ਕਿਉਂਕਿ ਰਿਵੋਲਟ ਹੋਏਗਾ। ਇਲੈਕਸ਼ਨ ਤਾਂ 2022 ਚ ਫਰਵਰੀ 'ਚ ਖੜੇ ਨੇ ਆਏ ਕਿ ਜਿਹੜਾ ਪੈਸਾ ਇੱਕ ਪਾਸੇ ਰੈਵਨਿਊ ਆ ਰਿਹਾ ਨਗਰ ਨਿਗਮਾਂ 'ਚ, ਉਹ ਕਿਆ ਤੁਹਾਡੇ ਵਾਸਤੇ ਵਾਕਈ ਪੂਰੇ ਸ਼ਹਿਰ ਦੇ ਵਿਕਾਸ ਦੇ ਵਿੱਚ ਪੂਰਾ ਲੱਗ ਰਿਹਾ? ਉਹ ਅਲੱਗ ਸਿਸਟਮ ਹੈ, ਉਹਦੇ ਵਿੱਚ ਕਮਿਸ਼ਨਾਂ ਉਹਦੇ ਵਿੱਚ ਸਭ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਬਿਲਕੁਲ। ਸਵਾਗਤ ਹੈ। ਅੱਜ ਸਾਡੇ ਨਾਲ ਨੇ ਸੀਨੀਅਰ ਜਰਨਲਿਸਟ ਅਖਿਲੇਸ਼ ਕੁਮਾਰ। ਮੁੱਦਾ ਹੈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ, ਆਰਥਿਕ ਸਲਾਹਕਾਰ ਕਮੇਟੀ, ਜਿਹਦੀ ਰਿਪੋਰਟ ਹੁਣ ਆਈ ਹੈ। ਮੁੰਟੇਕ ਸਿੰਘ ਆਹਲੂਵਾਲੀਆ, ਜਿਹੜੇ ਕਿ ਡਿਪਟੀ ਚੇਅਰਮੈਨ ਰਹੇ ਨੇ ਪਲਾਨਿੰਗ ਕਮਿਸ਼ਨ ਆਫ ਇੰਡੀਆ ਦੇ, ਉਹਨਾਂ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਦੀ ਆਪਾਂ ਨੇ ਚਰਚਾ ਕਰਨੀ ਹੈ। ਅਖਿਲੇਸ਼ ਜੀ, ਤੁਹਾਨੂੰ ਪਤਾ ਹੀ ਹੈ ਜਿਹੜੀ ਇਹ ਕਮੇਟੀ ਦੀ ਰਿਪੋਰਟ ਆਈ ਹੈ, ਮੁੱਖ ਗੱਲਾਂ ਇਹਨਾਂ ਵਿੱਚ 2-3 ਹੀ ਹੈਗੀਆਂ ਨੇ, ਜਿਹੜੀਆਂ ਕਿ ਮਤਲਬ ਜਿਹੜੀਆਂ ਅਸੀਂ ਦੇਖੀਆਂ ਨੇ ਹੁਣੇ, ਜਿਹੜੀ ਮੀਡੀਆ ਦੇ ਵਿੱਚ ਰਿਪੋਰਟ ਉਜਾਗਰ ਹੋਈ ਹੈ। ਮੇਨ ਤਾਂ ਜਦੋਂ ਅਸੀਂ ਪੂਰੀ ਰਿਪੋਰਟ ਪੜ੍ਹਾਂਗੇ ਉਦੋਂ ਹੀ ਪਤਾ ਲੱਗੇਗਾ, ਤੁਸੀਂ ਵੀ ਉਦੋਂ ਹੀ ਉਹਦੇ ਬਾਰੇ ਐਕਸਪਰਟ ਵਿਊ ਦੇ ਸਕਦੇ ਹੋ। ਮੇਨ ਜਿਹੜੀਆਂ ਚੀਜ਼ਾਂ ਨੇ ਜਿਹਦੇ ਵਿੱਚ ਇਹਨਾਂ ਨੇ, ਇੱਕ ਤਾਂ ਬਿਜਲੀ ਸਬਸਿਡੀ ਕਿਸਾਨਾਂ ਦੀ ਜਿਹੜੀ ਹੈ ਵਾਪਸ ਲੈਣ ਬਾਰੇ ਗੱਲ ਕਹੀ ਹੈ। ਪ੍ਰਾਪਰਟੀ ਟੈਕਸ ਜਿਹੜਾ ਇਹ ਸਰਕਲ ਵਾਈਜ਼ ਉਹਨੂੰ ਵਧਾਉਣ ਦੀ ਗੱਲ ਕਹੀ ਹੈ, ਤਾਂ ਕਿ ਸੈਂਟਰ ਤੋਂ ਪੈਸਾ ਇਹਨਾਂ ਨੂੰ ਮਿਊਨਿਸਪੈਲਿਟੀ ਨੂੰ ਆ ਸਕੇ, ਮਿਊਨਿਸਪੈਲਿਟੀ ਨੂੰ ਹੋਰ ਜਿਹੜੀ ਪ੍ਰਫੁੱਲਤ ਹੋ ਸਕੇ। ਇੰਡਸਟਰੀ ਬਾਰੇ ਕੁਝ ਗੱਲਾਂ ਨੇ ਵੀ ਇੰਡਸਟਰੀ ਦਾ ਜਿਹੜਾ 2 ਵੇ ਟੈਰਿਫ ਹੈ ਉਹਨੂੰ 1 ਵੇ ਟੈਰਿਫ ਕੀਤਾ ਜਾਏ। ਲੋਕਡਾਊਨ ਦੇ ਵਿੱਚ ਬਹੁਤ ਸਮਾਂ ਇੰਡਸਟਰੀ ਬੰਦ ਰਹੀ ਹੈ। ਆਪਾਂ ਚਰਚਾ ਸ਼ੁਰੂ ਕਰਦੇ ਹਾਂ। PSPCL ਵੱਲੋਂ ਜਿਹੜੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਇਹਦੇ ਬਾਰੇ ਤੁਸੀਂ ਦੱਸੋ ਵੀ ਤੁਹਾਡੇ ਕੀ ਵਿਚਾਰ ਨੇ? ਇਹ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ, ਖਾਸ ਕਰ ਸਿੰਚਾਈ ਵਾਸਤੇ, ਜਿਹੜੀ ਜ਼ਮੀਨੀ ਪਾਣੀ ਨੂੰ ਖਿੱਚਣ ਵਾਸਤੇ ਜਿਹੜਾ ਮੋਟਰ ਟਿਊਬਵੈੱਲ ਲਗਾਇਆ ਜਾਂਦਾ, ਉਹਦੇ ਵਾਸਤੇ ਬੜੇ ਲੰਬੇ ਸਮਾਂ ਤੋਂ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਔਰ ਸਬਸਿਡੀ ਤਾਂ ਇੱਕ ਹਿੱਸਾ ਹੁੰਦਾ ਹੈ, ਲੇਕਿਨ ਪੰਜਾਬ ਦੇ ਕਿਸਾਨਾਂ ਨੂੰ ਸਰਕਾਰਾਂ ਨੇ ਇਹ ਬਿਲਕੁਲ ਜਮਾਂ ਹੀ ਫ੍ਰੀ ਬਿਜਲੀ ਦਿੱਤੀ ਹੋਈ ਹੈ। ਇਹ ਬਹੁਤ ਘੱਟ ਸਟੇਟਾਂ 'ਚ ਹੈਗਾ ਕਿ ਜਿੱਥੇ ਕਿਸਾਨਾਂ ਨੂੰ ਸਿਰਫ ਟਿਊਬਵੈੱਲ ਦੀ ਸਿੰਚਾਈ ਵਾਸਤੇ ਸਪੈਸ਼ਲ ਇੱਕ ਬਿਜਲੀ ਦੀ ਸੈਪਰੇਟ ਲਾਈਨ ਵਿਛਾ ਕਰਕੇ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ। ਲੇਕਿਨ ਭਾਜੀ, ਇੱਕ ਅਗਰ ਜੇ ਆਪਾਂ ਗੱਲ ਕਰਦੇ ਹਾਂ ਕਿ ਕਿਸਾਨਾਂ ਦਾ ਹਿੱਤ ਇੱਥੇ ਪ੍ਰਭਾਵਿਤ ਹੋਏਗਾ, ਤਾਂ ਉਹਦੇ ਨਾਲ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਿਹੜੀ ਚੀਜ਼ ਬਿਜਲੀ ਜਿਹੜੀ ਹੈ ਉਹ ਇੱਕ ਉਹਦੇ 'ਚ ਉਹਦੀ ਲਾਗਤ ਆਉਂਦੀ ਹੈ। ਬਿਜਲੀ ਨੂੰ ਪੈਦਾ ਕਰਨ ਵਾਸਤੇ
ਇੱਕ ਪੂਰਾ ਅਮਲਾ ਹੁੰਦਾ ਹੈ, ਇੱਕ ਪੂਰੀ ਲਾਗਤ ਆਉਂਦੀ ਹੈ, ਉਸ ਚੀਜ਼ ਨੂੰ ਤੁਸੀਂ ਕਿਸ ਹੱਦ ਤੱਕ ਔਰ ਕਿਹਨਾਂ ਬੰਦਿਆਂ ਨੂੰ ਤੁਸੀਂ ਮੁਫਤ ਮੁਹੱਈਆ ਕਰਾ ਸਕਦੇ ਹੋ। ਇਹ ਜਿਹੜੀ ਕਮੇਟੀ ਹੈ, ਕਮੇਟੀ ਨੇ ਸੀਧੇ ਇਸ ਚੀਜ਼ ਨੂੰ ਖਾਰਿਜ ਕਰਤਾ ਕਿ ਵੀ ਕਿਸੇ ਨੂੰ ਵੀ ਸਬਸਿਡੀ ਨਹੀਂ ਦਿੱਤੀ ਜਾਣੀ ਚਾਹੀਦੀ ਜਾਂ ਮੁਫਤ ਬਿਜਲੀ। ਬਿਲਕੁਲ ਇਹਨਾਂ ਨੇ ਮੁਫਤ ਬਿਜਲੀ ਦੀ ਰਵਾਇਤ ਖਤਮ ਕਰਨ ਦੀ ਵਕਾਲਤ ਕੀਤੀ ਹੈ, ਪਰ ਇਹਦਾ ਵਿਰੋਧ ਬਹੁਤ ਹੋ ਗਿਆ ਨਾ। ਲੇਕਿਨ ਇਹਦਾ ਵਿਰੋਧ ਜਾਇਜ਼ ਹੈ, ਸੁਭਾਵਿਕ ਹੈ। ਕਿਉਂਕਿ ਪੰਜਾਬ 'ਚ ਜਿਹੜਾ ਪੰਜਾਬ ਦੀ ਰਾਜਨੀਤੀ ਦਾ ਇੱਕ ਬਹੁਤ ਬੜਾ ਮੁੱਦਾ ਰਿਹਾ ਸ਼ੁਰੂ ਤੋਂ ਹੀ ਕਿਸਾਨਾਂ ਦੀ ਮੁਫਤ ਬਿਜਲੀ। ਲਗਾਤਾਰ ਇੱਥੇ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਉਹਨਾਂ ਦੀ ਪਾਲਿਸੀ 'ਚ ਇਹ ਸ਼ਾਮਿਲ ਰਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ ਤਾਂ ਹੀ ਉਹਨਾਂ ਦਾ ਵੋਟ ਬੈਂਕ, ਕਿਉਂਕਿ ਇਹ ਸਾਰਾ ਵੋਟ ਬੈਂਕ ਪੋਲਿਟਿਕਸ ਹੈ। ਔਰ ਇੱਕ ਸਰਕਾਰ ਜਿਹੜੀ ਹੁੰਦੀ ਹੈ, ਸਰਕਾਰ ਨੂੰ ਕਿਹਾ ਜਾਂਦਾ ਵੈਲਫੇਅਰ ਸਟੇਟ, ਲੇਕਿਨ ਸਰਕਾਰ ਜਿਹੜੀ ਆ ਉਹ ਪਾਪੂਲਿਸਟ ਗਵਰਨਮੈਂਟ ਬਣ ਕੇ ਰਹਿ ਜਾਂਦੀ ਹੈ। ਜਿਹੜੀਆਂ ਮਤਲਬ ਕੰਜ਼ੀਕਿਊਟਿਵ ਗਵਰਨਮੈਂਟ ਤੁਸੀਂ ਦੇਖ ਲਓ, ਇੱਕ ਤੋਂ ਬਾਅਦ ਜਿਹੜੀਆਂ ਇੱਕ ਸਰਕਾਰਾਂ ਆਉਂਦੀਆਂ ਨੇ। ਹੁਣ ਜਿਵੇਂ ਅਕਾਲੀ ਦਲ ਦੀ ਸਰਕਾਰ ਸੀਗੀ, ਉਹਨਾਂ ਨੇ ਕਿਸਾਨਾਂ ਵਾਸਤੇ ਕੁਝ ਕੀਤਾ, ਪੰਥਕ ਆਪਣਾ ਏਜੰਡਾ ਚਲਾਇਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਨੌਜਵਾਨਾਂ ਨੂੰ ਲਾਰੇ ਦਿੱਤੇ ਰੋਜ਼ਗਾਰ ਦੇ, ਮੋਬਾਈਲ ਦਾ। ਹੁਣੇ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਮੋਬਾਈਲ ਦੀ ਵੰਡ ਸ਼ੁਰੂ ਹੋਈ ਹੈ। ਤਾਂ ਇਹ ਚੀਜ਼ਾਂ ਕਿੰਨੀ ਹੱਦ ਤੱਕ ਧਰਾਤਲ 'ਤੇ ਉਤਰਦੀਆਂ ਨੇ, ਗੱਲ ਇਹ ਹੈ। ਲੇਕਿਨ ਇਹ ਜਿਹੜੀ ਬਿਜਲੀ ਵਾਲੀ ਗੱਲ ਤੁਸੀਂ ਕਹੀ ਹੈ, ਇਸ ਬਿਜਲੀ 'ਚ ਬਹੁਤ ਵੱਡਾ ਪੋਲਿਟਿਕਸ ਛੁਪਿਆ ਹੋਇਆ ਔਰ ਇਹਦੇ 'ਚ ਸਰਕਾਰੀ ਅਮਲਾ ਵੀ ਕਾਫੀ ਹੱਦ ਤੱਕ ਜ਼ਿੰਮੇਦਾਰ ਹੈ। ਹੁਣ ਪੰਜਾਬ ਦੇ ਵਿੱਚ ਜਦੋਂ ਕਿ ਕਈ ਸਾਰੇ ਸਟੇਟਾਂ 'ਚ ਐਵੇਂ ਹੋਇਆ ਕਿ ਵੀ ਸਰਕਾਰ ਦਾ ਅਮਲਾ ਹੁੰਦਾ ਹੈ ਬਿਜਲੀ ਵਿਭਾਗ ਦਾ, ਜਿਹੜਾ ਪਾਵਰ ਜਨਰੇਸ਼ਨ ਕਰਦਾ। ਦੂਜਾ ਜਿਹੜਾ ਅਮਲਾ ਹੁੰਦਾ ਹੈ ਉਹ ਪਾਵਰ ਦੀ ਡਿਸਟ੍ਰੀਬਿਊਸ਼ਨ ਕਰਦਾ, ਵੰਡ ਕਰਦਾ, ਅਤੇ ਉਹਦੀ ਰੈਵਨਿਊ। ਪਾਵਰ ਜਨਰੇਸ਼ਨ ਵਾਲਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਹੌਲੀ ਕਰਕੇ ਫੇਲ ਹੁੰਦਾ ਜਾ ਰਿਹਾ। ਸਾਰਾ ਪਾਵਰ ਜਨਰੇਸ਼ਨ ਜਿਹੜਾ ਉਹ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ 'ਚ ਆ ਰਿਹਾ। ਕਿਉਂ? ਇਹ ਪ੍ਰਾਈਵੇਟਾਈਜੇਸ਼ਨ ਦੀ ਵਕਾਲਤ ਕੀਤੀ ਹੈ ਇਸ ਕਮੇਟੀ ਨੇ, ਬਕਾਇਦਾ ਵਕਾਲਤ ਕੀਤੀ ਹੈ। ਉਹਦਾ ਕਾਰਨ ਹੈ ਕਿਉਂਕਿ ਜਿਹੜੀ ਸਾਡੀ ਫੈਕਟਰੀਆਂ ਹੈਗੀਆਂ, ਪਾਵਰ ਜਨਰੇਸ਼ਨ ਪਲਾਂਟਸ ਹੈਗੇ, ਉਹਦੇ ਜਿਹੜੀ ਮਸ਼ੀਨਾਂ ਲੱਗੀਆਂ ਹੋਈਆਂ ਉਹ ਪੁਰਾਣੀਆਂ ਲੱਗੀਆਂ ਹੋਈਆਂ। ਉਹਦੇ ਜਿਹੜੇ ਪੁਰਜੇ ਜਿਹੜੇ ਘਿਸ ਜਾ ਰਹੇ, ਉਸ ਤੋਂ ਬਾਅਦ ਜਿਹੜੇ ਨਵੇਂ ਪੁਰਜੇ ਲਾਏ ਜਾ ਰਹੇ ਉਹ ਸੈਕੰਡ ਗ੍ਰੇਡ, ਥਰਡ ਗ੍ਰੇਡ ਦੇ ਪੁਰਜੇ ਲਾਏ ਜਾ ਰਹੇ। ਉਹ ਵੀ ਇੱਕ ਵਕਾਲਤ ਕੀਤੀ ਇਹਨਾਂ ਨੇ ਕਿ ਜਿਹੜੇ ਇਹ ਰੋਪੜ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਜਾਏ, ਲਹਿਰਾ ਮੁਹੱਬਤਾਂ ਨੂੰ ਬੰਦ ਕਰ ਦਿੱਤਾ ਜਾਏ। ਬਠਿੰਡਾ ਪਹਿਲਾਂ ਹੀ ਬੰਦ ਪਿਆ। ਅਗਰ ਤੁਹਾਡੀ ਗੱਲ ਡਿਟੇਲ ਦੇ ਵਿੱਚ ਜਾਓਗੇ ਤਾਂ ਇਹ ਸਾਰੇ ਜਿਹੜੇ ਫੈਕਟਰੀਆਂ ਹੈਗੀਆਂ, ਜਿਹੜੇ ਪਾਵਰ ਪਲਾਂਟਸ ਹੈਗੇ, ਇਹਨਾਂ ਨੂੰ ਡੁਬੋਣ ਦੇ ਪਿੱਛੇ ਉਹਨਾਂ ਦੇ ਆਪ ਦੇ ਕਰਮਚਾਰੀ ਔਰ ਉਹਨਾਂ ਦੇ ਆਪ ਦੇ ਜਿਹੜੇ ਇੰਜੀਨੀਅਰ ਨੇ, ਅਫਸਰ ਨੇ, ਉਹ ਜ਼ਿੰਮੇਦਾਰ ਨੇ। ਇਹ ਗੱਲ ਅਲੱਗਾ ਬਹਿਸ ਦਾ ਮੁੱਦਾ ਹੈ। ਲੇਕਿਨ ਜਿੱਥੇ ਤੱਕ ਡਿਸਟ੍ਰੀਬਿਊਸ਼ਨ ਦੀ ਗੱਲ ਹੈ, ਪਾਵਰ ਡਿਸਟ੍ਰੀਬਿਊਸ਼ਨ ਜਿਹੜਾ ਹੈਗਾ, ਹੁਣ ਕਿਸਾਨਾਂ ਦੀ ਟਿਊਬਵੈਲ ਵਾਸਤੇ ਇੱਕ ਸੈਪਰੇਟ ਵੱਖਰੀ ਲਾਈਨ ਜਾਂਦੀ ਹੈ। ਉਸ ਵੱਖਰੀ ਲਾਈਨ 'ਤੇ ਜਿੰਨਾ ਡਿਸਟ੍ਰੀਬਿਊਸ਼ਨ ਲਾਸ ਹੋ ਰਿਹਾ ਜਾਂ ਜਿੰਨਾ ਪਾਵਰ ਉੱਥੇ ਡਿਸਟ੍ਰੀਬਿਊਟ ਹੋ ਰਿਹਾ, ਉਹਦੀ ਇੱਕ ਟਾਈਮਿੰਗ ਹੈਗੀ। ਹਰ ਅਲੱਗ-ਅਲੱਗ ਪਿੰਡਾਂ 'ਚ, ਕਿਸੇ ਪਿੰਡ 'ਚ ਸਵੇਰੇ ਜਾਂਦੀ ਹੈ, ਕਿਸੇ ਨੂੰ ਰਾਤ 'ਚ ਜਾਂਦੀ ਹੈ। ਇਹ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਬਈ ਅੱਜ ਸਾਡੀ ਬਿਜਲੀ ਸਵੇਰੇ ਆਉਣੀ ਹੈ, ਅੱਜ ਸ਼ਾਮ ਨੂੰ ਆਉਂਦੀ। ਕਿਸਾਨ ਉਸ ਹਿਸਾਬ ਨਾਲ ਕੰਮ ਕਰਦਾ ਹੈ। ਲੇਕਿਨ ਇੱਕ ਬਹੁਤ ਬੜਾ ਜਿਹੜਾ ਹਿੱਸਾ ਜਨਰੇਸ਼ਨ 'ਚ ਜਿਹੜਾ ਬਣ ਰਿਹਾ, ਉਹਨੂੰ ਡਿਸਟ੍ਰੀਬਿਊਸ਼ਨ ਲਾਸ ਕਰਕੇ ਦਿਖਾ ਦਿੱਤਾ ਜਾਂਦਾ, ਕਿਸਾਨਾਂ ਦੇ ਮੱਥੇ ਮੜਤਾ ਜਾਂਦਾ। ਜਿੰਨੀ ਚੋਰੀ ਹੈ ਬਿਜਲੀ ਦੀ ਚੋਰੀ ਹੈ। ਅਫਸਰਾਂ ਨੇ ਆਪਣੇ ਘਰਾਂ ਦੀ ਸਾਰੀ ਬਿਜਲੀ ਫ੍ਰੀ ਕੀਤੀ ਹੋਈ ਹੈ। ਮੰਤਰੀਆਂ ਨੇ ਆਪਣੇ ਘਰ ਦੀ ਸਾਰੀ ਬਿਜਲੀ ਫ੍ਰੀ ਕੀਤੀ ਹੋਈ ਹੈ। ਉਸ ਤੋਂ ਇਲਾਵਾ ਜਿਹੜੀ ਚੋਰੀਆਂ ਹੋ ਰਹੀਆਂ, ਉਹਦੇ 'ਚ ਚਾਹੇ ਇੰਡਸਟਰੀ ਦੀ ਚੋਰੀ ਹੋਵੇ, ਭਾਵੇਂ ਹੋਰ ਦੁਕਾਨਾਂ 'ਚ ਚੋਰੀ ਹੋਵੇ, ਬਿਜ਼ਨਸ ਅਦਾਰਿਆਂ 'ਚ ਚੋਰੀ ਹੋਵੇ, ਇਹ ਸਾਰੀ ਚੋਰੀ ਦੇ ਵਿੱਚ ਜਿਹੜੇ ਇੰਪਲੋਈਜ਼ ਹੈਗੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਿਲੇ ਭਗਤ ਹੈ। ਕਿਉਂਕਿ ਕਿਸੇ ਵੀ, ਮੈਂ ਕਹਿੰਦਾ, ਅਗਰ ਪੂਰੇ ਇਲਾਕੇ 'ਚ ਜਿਹੜਾ ਥਾਣੇਦਾਰ ਹੈਗਾ, ਅਗਰ ਉਹਦੀ ਜਾਣਕਾਰੀ ਦੇ ਬਿਨਾ ਉਸ ਇਲਾਕੇ 'ਚ ਚੋਰੀ ਨਹੀਂ ਹੋ ਸਕਦੀ, ਕੋਈ ਵੀ ਚੋਰ ਜਿਹੜਾ ਐਕਟਿਵ ਨਹੀਂ ਹੋ ਸਕਦਾ। ਤਾਂ ਅਗਰ ਜੇ ਚੋਰੀ ਹੋ ਰਹੀ ਹੈ ਤਾਂ ਕਿਤੇ ਨਾ ਕਿਤੇ ਉਸ ਇਲਾਕੇ ਦਾ ਥਾਣੇਦਾਰ ਜਾਂ ਉਸ ਇਲਾਕੇ ਦਾ ਕੋਈ ਵੀ ਜ਼ਿੰਮੇਦਾਰ ਬੰਦਾ ਜਿਹੜਾ ਹੈਗਾ ਉਹ ਜ਼ਰੂਰ ਕਿਤੇ ਨਾ ਕਿਤੇ ਸ਼ਾਮਿਲ ਹੈ। ਜਿਹੜੀ ਇਹ ਪੋਲਿਟਿਕਸ ਹੈ ਨਾ ਜੀ, ਇਸ ਪੋਲਿਟਿਕਸ ਦੇ ਵਿੱਚ ਇੱਕ ਬੜੀ ਵੱਡੀ ਗੱਲ ਇਹ ਉੱਠਦੀ ਹੈ ਕਿ ਜਿਹੜੇ ਵੱਡੇ ਘਰਾਣੇ ਆ, ਵੱਡੇ ਕਿਸਾਨ ਹੈ, ਉਹਨਾਂ ਕੋਲ ਸੈਂਕੜੇ ਏਕੜਾਂ ਜ਼ਮੀਨ ਹੈਗੀ ਹੈ। ਉਹ ਜਿਹੜੇ ਲੋਕ ਨੇ ਉਹ ਇਹਦਾ ਫਾਇਦਾ ਚੱਕਦੇ ਨੇ। ਅਸਲ ਦੇ ਵਿੱਚ ਜਿਹੜਾ ਛੋਟਾ ਕਿਸਾਨ ਹੈ ਉਹਨੂੰ ਇਸ ਸਬਸਿਡੀ ਦਾ ਕੋਈ ਫਾਇਦਾ ਨਹੀਂ। ਇਹੀ ਗੱਲ ਚੱਕੀ ਗਈ ਹੈ। ਗੱਲ ਇਹ ਅਖਿਲੇਸ਼ ਜੀ ਵੀ ਇਹਦਾ ਹੱਲ ਕੀ ਹੈ, ਵੀ ਇਹ ਕਿਸ ਤਰੀਕੇ ਨਾਲ ਇਹਨੂੰ ਸਦਾ ਵਾਸਤੇ ਇੱਕ ਲਾਈਨ 'ਤੇ ਲਿਆਂਦਾ ਜਾਵੇ ਕਿ ਤਾਂ ਕਿ ਛੋਟੇ ਕਿਸਾਨਾਂ ਨੂੰ ਸਹੂਲਤ ਵੀ ਮਿਲੇ
ਤੇ ਇਹ ਜਿਹੜੀਆਂ ਬਾਕੀ ਜਿਹੜੀਆਂ ਕਮੀਆਂ ਨੇ ਇਹ ਵੀ ਖਤਮ ਕੀਤੀਆਂ ਜਾਣ, ਇਹ ਕਿਵੇਂ ਹੋ ਸਕਦਾ? ਸਾਡੇ ਭਾਰਤ 'ਚ ਦੇਖੋ ਕਿਸਾਨੀ ਇੱਕ ਇਹੋ ਜਿਹਾ ਧੰਦਾ ਹੈ ਜਿਹਦੇ 'ਚ ਕੋਈ ਇਨਕਮ ਟੈਕਸ ਨਹੀਂ ਲੱਗਦਾ। ਭਾਵੇਂ ਤੁਹਾਡੀ ਕਿਸਾਨੀ ਰਾਹੀਂ ਤੁਹਾਡੀ ਲੱਖਾਂ ਰੁਪਇਆ ਕਰੋੜਾਂ ਰੁਪਏ ਆਮਦਨੀ ਹੋਵੇ ਜਾਂ ਤੁਸੀਂ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਦੇ ਕਰਜ਼ੇ 'ਚ ਹੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਹ ਜਿਹੜੀ ਅਫਸਰਸ਼ਾਹੀ ਹੈ, ਇਹ ਜਿਹੜੇ ਸਾਡੇ ਰਾਜਨੇਤਾ ਨੇ, ਇਹਨਾਂ ਨੇ ਇਸੇ ਗੱਲ ਦਾ ਫਾਇਦਾ ਚੁੱਕਿਆ ਹੋਇਆ। ਹੁਣ ਤੁਸੀਂ ਕਿਸੇ ਵੀ ਦੇਖੋ, ਕੋਈ ਵੀ ਬੰਦਾ ਇਹ ਚੀਜ਼ ਖੁੱਲ੍ਹ ਕੇ ਤਾਂ ਨਹੀਂ ਕਹਿੰਦਾ, ਲੇਕਿਨ ਸਾਰਿਆਂ ਨੂੰ ਪਤਾ ਹੈ, ਭਾਵੇਂ ਜਿੰਨੇ ਵੀ ਸਾਡੇ ਰਾਜਨੇਤੇ ਨੇ, ਜਿੰਨੇ ਅਫਸਰ ਨੇ, ਇਹਨਾਂ ਸਾਰਿਆਂ ਨੇ ਆਪਣੀ ਬੇਨਾਮੀ ਪ੍ਰਾਪਰਟੀ ਬਣਾਈ ਹੋਈ ਹੈ। ਕਿਸਾਨੀ ਦੇ ਨਾਂ 'ਤੇ ਉਹਨਾਂ ਦੇ ਬਹੁਤ ਵੱਡੇ ਵੱਡੇ ਫਾਰਮ ਚੱਲ ਰਹੇ ਹੈ, ਬਹੁਤ ਆਮਦਨੀ ਹੋ ਰਹੀ ਹੈ, ਲੇਕਿਨ ਉਸ ਆਮਦਨੀ ਦਾ ਕੋਈ ਲੇਖਾ ਜੋਖਾ ਨਹੀਂ ਹੁੰਦਾ। ਕਿਉਂਕਿ ਉਹ ਸਾਰੀ ਜਿਹੜੀ ਆਮਦਨੀ ਹੈ ਉਹ ਇਨਕਮ ਟੈਕਸ ਫਰੀ ਹੁੰਦੀ ਹੈ, ਉਹਦਾ ਕੋਈ ਲੇਖਾ ਜੋਖਾ ਹੁੰਦਾ ਨਹੀਂ ਹੈ। ਰਹੀ ਗੱਲ ਛੋਟੇ ਕਿਸਾਨਾਂ ਦੀ, ਛੋਟੇ ਕਿਸਾਨ ਦੀ ਤਾਂ ਇੰਨੀ ਹੈਸੀਅਤ ਹੀ ਨਹੀਂ ਹੁੰਦੀ ਕਿ ਉਹ ਵਿਚਾਰਾ ਪੰਪ ਵੀ ਲਾ ਲਵੇ, ਬੋਰ ਵੀ ਕਰਾ ਲਵੇ, ਤਾਂ ਉਹ ਬੰਦਾ ਫਿਰ ਬਿਜਲੀ ਦੇ ਬਾਰੇ ਕਿਉਂ ਸੋਚੇਗਾ? ਉਹ ਤਾਂ ਫਿਰ ਜਾਂ ਤਾਂ ਆਸਮਾਨੀ ਜਿਹੜੀ ਬਾਰਿਸ਼ ਹੈਗੀ ਉਹਦੇ ਭਰੋਸੇ ਹੁੰਦਾ, ਜਾਂ ਫਿਰ ਉਹ ਕਿਸੇ ਹੋਰ ਤੋਂ ਨਹਿਰੀ ਪਾਣੀ ਜਾਂ ਕਿਸੇ ਹੋਰ ਰਾਹੀਂ ਉਹ ਆਪਣੇ ਖੇਤ ਦੀ ਸਿੰਚਾਈ ਕਰ ਲੈਂਦਾ। ਇਹਦਾ ਜਿਹੜਾ ਬੈਨੀਫਿਟ ਹੈ ਨਾ, ਇਹ ਬੈਨੀਫਿਟ ਜਿਹੜਾ ਕਿਹਾ ਜਾਂਦਾ ਕਿਸਾਨਾਂ ਦੇ ਨਾਂ 'ਤੇ ਜਿਹੜਾ ਸਾਰਾ ਇੰਨਾ ਬਿਜਲੀ ਦਾ ਖਰਚਾ ਜਾ ਰਿਹਾ, ਉਹ ਸਾਰੀ ਬਿਜਲੀ ਦਾ ਜਿਹੜਾ ਫਾਇਦਾ ਹੈ ਉਹ ਵੱਡੇ ਕਿਸਾਨ ਚੁੱਕਦੇ ਆ। ਹੁਣ ਇਹਦਾ ਤਰੀਕਾ ਸਰਕਾਰ ਜੇ ਚਾਹੇ ਤਾਂ, ਕਿਉਂਕਿ ਸਰਕਾਰ ਦੇ ਵਿੱਚ ਵਿਲ ਪਾਵਰ ਦੀ ਗੱਲ ਹੈ, ਵਿਲ ਪਾਵਰ ਸਰਕਾਰ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਸਰਕਾਰ ਨੂੰ ਲੱਗਦਾ ਹੈ ਕਿ ਜਿਹੜੇ ਛੋਟੇ ਕਿਸਾਨ ਨੇ ਇੱਕ ਵਾਰੀ ਨਾਰਾਜ਼ ਵੀ ਹੋ ਗਏ ਤਾਂ ਕੋਈ ਚੱਕਰ ਨਹੀਂ, ਲੇਕਿਨ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਤੋਂ ਇਹ ਮੌਕੇ ਬੇਮੌਕੇ तमाम ਕਿਸਮ ਦੀ ਸਹੂਲਤਾਂ ਵੀ ਹਾਸਿਲ ਕਰਦੇ ਰਹਿੰਦੇ ਨੇ, ਸਪੋਰਟ ਹਾਸਿਲ ਕਰਦੇ ਨੇ। ਭਾਵੇਂ ਉਹ ਆਪ ਤੁਸੀਂ ਸਮਝ ਲਓ ਮਾਲੀ ਸ਼ਕਲ 'ਚ ਹੋ, ਭਾਵੇਂ ਹੋਰ ਸ਼ਕਲ 'ਚ ਹੋ, ਲੇਕਿਨ ਵੋਟਾਂ ਦੀ ਸ਼ਕਲ 'ਚ ਹੋਏ। ਵੋਟ ਵੀ ਬਹੁਤ ਵੱਡੇ ਵੋਟ ਇਨਫਲੂਐਂਸਰ ਹੁੰਦੇ ਨੇ ਇਹ ਜਿਹੜੇ ਵੱਡੇ ਕਿਸਾਨ ਹੁੰਦੇ ਨੇ। ਤੇ ਛੋਟੇ ਕਿਸਾਨ ਦਾ ਨਾਰਾਜ਼ਗੀ ਇੱਕ ਵਾਰ ਸਰਕਾਰ ਮੋਲ ਲੈ ਸਕਦੀ ਹੈ, ਲੇਕਿਨ ਵੱਡੇ ਕਿਸਾਨਾਂ ਦੀ ਨਾਰਾਜ਼ਗੀ, ਛੋਟੇ ਕਿਸਾਨਾਂ ਦੇ ਨਾਂ ਤੇ ਵੱਡੇ ਕਿਸਾਨ ਇਹ ਵੱਡੇ ਕਿਸਾਨ ਇਹਦਾ ਫਾਇਦਾ ਚੁੱਕ ਰਹੇ। ਇਹਦੇ 'ਚ ਸਿਰਫ ਇੱਕ ਇਹਨਾਂ ਨੂੰ ਗ੍ਰੇਡੇਸ਼ਨ ਬਣਾਉਣਾ ਚਾਹੀਦਾ, ਜਿਹੜੇ ਅੱਧੇ ਏਕੜ ਵਾਲੇ ਕਿਉਂਕਿ ਦੇਖੋ ਪਰਿਵਾਰ ਹੁਣ ਵੱਡੇ ਹੋ ਰਹੇ ਆ, ਕਿਸਾਨ ਖੇਤੀ ਦੀ ਜਿਹੜੀ ਜੋਤ ਸੀਗੀ ਉਹ ਛੋਟੀ ਹੁੰਦੀ ਜਾ ਰਹੀ ਹੈ। ਹੁਣ ਇੱਕ ਪਰਿਵਾਰ ਦੇ ਉੱਤੇ ਕਈ ਪਰਿਵਾਰਾਂ 'ਚ ਤੁਸੀਂ ਦੇਖੋਗੇ ਇੱਕ ਪਰਿਵਾਰ ਦੇ ਉੱਤੇ 1 ਏਕੜ, ਅੱਧੇ ਏਕੜ, 2 ਏਕੜ ਦੀ ਖੇਤੀ ਰਹੇ, ਤਾਂ ਕੁਝ ਤਾਂ ਇਹੋ ਜਿਹੀ ਸੀਲਿੰਗ ਬਣਾਉਣੀ ਚਾਹੀਦੀ ਕਿ ਹਾਂ ਜਿਹੜੀ 2-4 ਏਕੜ ਤੱਕ ਦੀ ਖੇਤੀ ਵਾਲੇ ਜਿਹੜੇ ਕਿਸਾਨ ਹੈਗੇ, ਸਬਸਿਡੀ ਉਹਨਾਂ ਨੂੰ ਹੀ ਸਿਰਫ ਦਿੱਤੀ ਜਾਏਗੀ। ਜਿਹੜੇ ਵੱਡੇ ਕਿਸਾਨ ਜਿਨ੍ਹਾਂ ਦੇ ਹਜ਼ਾਰ ਏਕੜ ਦੇ ਫਾਰਮ ਨੇ, ਉਹ ਛੋਟੇ ਕਿਸਾਨਾਂ ਦੇ ਨਾਂ 'ਤੇ ਉਹ ਸਬਸਿਡੀ ਦਾ ਫਾਇਦਾ ਨਹੀਂ ਉਠਾ ਸਕਦੇ। ਇਹ ਹੋਣਾ ਚਾਹੀਦਾ। ਉਹਨਾਂ ਦੇ 10-10 ਟਿਊਬਵੈਲ ਚੱਲ ਰਹੇ ਆ, ਸਾਰੀ ਬਿਜਲੀ ਉਹ ਖਿੱਚ ਰਿਹਾ, ਛੋਟੇ ਕਿਸਾਨ ਨੂੰ ਤਾਂ ਬਿਜਲੀ ਮਿਲ ਨਹੀਂ ਪਾਉਂਦੀ। ਤਾਂ ਅਗਰ ਇਹ ਬਹੁਤ ਜ਼ਿਆਦਾ ਤੁਸੀਂ ਉਹਦੇ ਰਾਹੀਂ ਇਨਕਮ ਕਰ ਰਹੇ ਹੋ, ਔਰ ਉਸ ਤੋਂ ਬਾਅਦ ਅਗਰ ਜੋ ਥੋੜੀ ਮਾੜੀ ਮੋਟੀ ਬਿਜਲੀ ਵਾਸਤੇ, ਕਿਉਂਕਿ ਬਿਜਲੀ ਵੀ ਇਟ ਕਮਸ ਐਟ ਅ ਕਾਸਟ, ਬਿਜਲੀ ਜਿਹੜੀ ਬਣਾਈ ਜਾਂਦੀ ਹੈ ਉਹਦੇ 'ਚ ਕੋਇਲਾ ਲੱਗਦਾ, ਉਹਦੇ 'ਚ ਇੱਕ ਬਹੁਤ ਵੱਡਾ ਪਾਵਰ ਜਨਰੇਸ਼ਨ ਪਲਾਂਟ ਇਨਵੋਲਵ ਹੁੰਦਾ, ਬਹੁਤ ਵੱਡੇ ਉਹਦੇ ਖਰਚੇ ਹੈਗੇ। ਇਹ ਜਿਹੜੀ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਨਾ ਜੀ, ਇਹ ਜਿਹੜੇ ਥਰਮਲ ਪਲਾਂਟਸ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ, ਇਹ ਕੀਤੀ ਹੀ ਇਸ ਕਰਕੇ ਹੈ ਕਿ ਜਿਹੜੀ ਰੇਟ ਤੇ ਬਿਜਲੀ ਮੁਹੱਈਆ ਕਰਾਈ ਜਾ ਰਹੀ ਹੈ ਉਹ ਤੋਂ ਜ਼ਿਆਦਾ ਕਾਸਟ ਬਿਜਲੀ ਦੀ ਉੱਥੋਂ ਆ ਰਹੀ ਹੈ, ਤੇ ਬਿਜਲੀ ਤਾਂ ਫ੍ਰੀ ਵੀ ਦਿੱਤੀ ਜਾ ਰਹੀ ਹੈ ਇੰਨੇ ਵੱਡੇ ਪੱਧਰ ਤੇ। ਉਹਦਾ ਕਾਰਨ ਹੈ ਕਿਉਂਕਿ ਜਿਹੜੀ ਮਸ਼ੀਨਾਂ ਹੈਗੀਆਂ, ਪੁਰਾਣੀ ਟੈਕਨੋਲੋਜੀ ਦੀ ਮਸ਼ੀਨਾਂ ਹੈਗੀਆਂ, ਉਹਦੇ ਜਿਹੜੇ ਪੁਰਜੇ ਹੈਗੇ ਉਹ ਬੜੇ ਹੀ ਘਟੀਆ ਕਿਸਮ ਦੇ ਪੁਰਜੇ ਵਰਤੇ ਜਾ ਰਹੇ ਆ। ਮਸ਼ੀਨਰੀ ਔਰ ਇਹਨਾਂ ਚੀਜ਼ਾਂ 'ਚ ਉਹ ਟੈਕਨੋਲੋਜੀ ਦਾ ਵੀ ਫਰਕ ਬਹੁਤ ਪੁਰਾਣਾ ਹੈ, ਜਿਹੜਾ ਮਤਲਬ ਉਹਦੇ 'ਚ ਲੱਗਤ ਬਹੁਤ ਜ਼ਿਆਦਾ ਆਉਂਦੀ ਹੈ ਤੇ ਜਿਹੜਾ ਪ੍ਰੋਡਕਸ਼ਨ ਹੈ ਉਹ ਬਹੁਤ ਥੋੜ੍ਹਾ ਹੁੰਦਾ। ਹੁਣ ਜਿਹੜੀਆਂ ਨਵੀਆਂ ਹੁਣ ਚਾਈਨੀਜ਼, ਤੁਸੀਂ ਪਾਵਰ ਜਨਰੇਸ਼ਨ ਦੇ ਵਿੱਚ ਦੇਖੋ, ਚਾਈਨਾ ਦੀ ਕੰਪਨੀਆਂ ਬਹੁਤ ਲੀਡ ਲੈ ਰਹੀਆਂ ਅੱਜ ਕੱਲ੍ਹ। ਕਿਉਂਕਿ ਉਹਨਾਂ ਨੇ ਟੈਕਨੋਲੋਜੀ ਦੇ ਵਿੱਚ ਜਿਹੜੀ ਫਲॉज ਸੀਗੀ ਉਹਨਾਂ ਨੂੰ ਦੂਰ ਕੀਤਾ, ਔਰ ਨਵੀਂ ਟੈਕਨੋਲੋਜੀ ਦੇ ਨਾਲ ਘੱਟ ਲਾਗਤ ਦੇ ਵਿੱਚ ਜ਼ਿਆਦਾ ਬਿਜਲੀ ਪੈਦਾ ਕਰ ਰਹੇ। ਮਤਲਬ ਇਹ ਇਸੇ ਤਰੀਕੇ ਦੇ ਨਾਲ ਇਹ ਚੇਂਜਿਸ ਕਰਨ, ਪਲੱਸ ਇਹ ਜਿਹੜਾ ਇਹ ਛੋਟੇ ਕਿਸਾਨਾਂ ਵਾਸਤੇ ਸੀਲਿੰਗ ਕਰਨ, ਵੀ ਇਹ ਛੋਟੇ ਕਿਸਾਨਾਂ ਨੂੰ ਇਸ ਲੈਵਲ ਤੱਕ ਦੇ ਜਿਹੜੇ ਕਿਸਾਨ ਹੈ ਇਹਨਾਂ ਨੂੰ ਹੀ ਮਦਦ ਮਿਲਣੀ ਹੈ। ਤੇ ਵੈਸੇ ਵੀ ਜਿਹੜੇ ਵੱਡੇ ਘਰਾਣੇ ਨੇ, ਜਿਹੜੇ ਇਹ ਸੋ ਕਾਲਡ ਜਿਹੜੇ ਲੀਡਰਸ ਨੇ, ਜਿਹੜੇ ਅੱਜ ਗੱਲਾਂ ਕਰ ਰਹੇ ਨੇ, ਇਹਨਾਂ ਨੂੰ ਖੁਦ ਹੀ ਅੱਗੇ ਆਉਣਾ ਚਾਹੀਦਾ। ਇਹਨਾਂ ਨੂੰ ਵਾਲੰਟਰਲੀ ਇਸ ਚੀਜ਼ ਨੂੰ ਡਿਸਕਲੋਜ਼ ਕਰਨਾ ਚਾਹੀਦਾ ਕਿ ਹਾਂ ਹੁਣ ਇਹ ਜਿਹੜੀ ਸਹੂਲਤ ਹੈ ਇਹ ਛੋਟੇ ਕਿਸਾਨਾਂ ਨੂੰ ਦਿੱਤੀ ਜਾਵੇ। We don't want to enjoy this facility at the cost of small and marginal farmer। ਤਾਂ ਇਹ ਜਿਹੜੇ ਛੋਟੇ ਕਿਸਾਨਾਂ ਦੇ ਨਾਂ 'ਤੇ ਇਹ ਸਾਰਾ ਫਾਇਦਾ ਚੱਕ ਰਿਹਾ, ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਇਹੋ ਜਿਹੇ ਵੱਡੇ ਜਿਹੜੇ ਕਿਸਾਨ ਨੇ, ਵੱਡੇ ਕਿਸਾਨਾਂ ਨੂੰ ਵੱਡਾ ਦਿਲ ਵੀ ਦਿਖਾਉਣਾ ਚਾਹੀਦਾ, ਆਪ ਅੱਗੇ ਤੁਰ ਕੇ ਆਉਣਾ ਚਾਹੀਦਾ, ਔਰ ਇਹ ਕਹਿਣਾ ਚਾਹੀਦਾ ਕਿ ਇਹ ਛੋਟੇ ਕਿਸਾਨਾਂ ਵਾਸਤੇ
ਅਸੀਂ ਕੁਝ ਕਰ ਨਹੀਂ ਸਕਦੇ ਤਾਂ ਘੱਟ ਤੋਂ ਘੱਟ ਜਿਹੜਾ ਫਾਇਦਾ ਅਸੀਂ ਲੈ ਰਹੇ ਹਾਂ ਉਹ ਅਸੀਂ ਛੱਡ ਸਕਦੇ ਹਾਂ। ਇਹਨਾਂ ਨੂੰ ਪੂਰੀ ਸਹੂਲਤ ਦਿੱਤੀ ਜਾਏ। ਅਸੀਂ ਚੂँਕਿ ਅਫੋਰਡ ਕਰ ਸਕਦੇ ਹਾਂ, ਇਸ ਕਰਕੇ ਅਸੀਂ ਇਹ ਬਿਜਲੀ ਦਾ ਪੈਸਾ ਦੇ ਸਕਦੇ ਹਾਂ, ਕਿਉਂਕਿ ਬਿਜਲੀ ਜਿਹੜੀ ਹੈ ਉਹ ਇੱਕ ਕੀਮਤ 'ਤੇ ਬਣਦੀ ਹੈ, ਉਹਦੀ ਇੱਕ ਕੀਮਤ ਹੁੰਦੀ ਹੈ, ਉਹਦੇ 'ਚ ਬਹੁਤ ਪ੍ਰੋਸੈਸ ਇਨਵੋਲਵ ਹੁੰਦਾ ਹੈ, ਉਹ ਅਸੀਂ ਫ੍ਰੀ 'ਚ ਨਹੀਂ ਚਾਹੁੰਦੇ। ਦੂਜਾ ਜਿਹੜਾ ਮੁੱਦਾ ਮੇਨ ਇਹਦੇ ਵਿੱਚ ਹੈਗਾ, ਜਿਹੜਾ ਰਿਪੋਰਟ ਦੇ ਵਿੱਚ ਆਇਆ ਫਾਈਂਡਿੰਗ ਹੈ, ਉਹ ਇੰਡਸਟਰੀ ਨਾਲ ਰਿਲੇਟਡ ਹੈ। ਹੁਣ ਇੰਡਸਟਰੀ ਫੁੱਲ ਪ੍ਰੋਡਕਸ਼ਨ ਤੇ ਕੰਮ ਕਰਦੀ ਹੈ। ਪੰਜਾਬ ਸਰਕਾਰ ਨੇ ਰਿਆਇਤਾਂ ਵੀ ਦਿੱਤੀਆਂ, 5 ਰੁਪਏ ਪਰ ਯੂਨਿਟ ਬਿਜਲੀ ਵੀ ਕੀਤੀ, ਬਟ ਉਹ ਕਿਉਂਕਿ ਹੁਣ ਜਦੋਂ ਲੋਕਡਾਊਨ ਹੋਇਆ 2 ਵੇ ਪ੍ਰੋਸੈਸ ਦੇ ਨਾਲ ਜਿਹੜਾ ਇਹ ਬਿਜਲੀ ਦਾ ਸਿਸਟਮ ਹੈ, ਇਸ ਸਿਸਟਮ ਦੇ ਨਾਲ ਹੁਣ ਮੌਜੂਦਾ ਸਮੇਂ ਉਹਨਾਂ ਨੂੰ 12-13 ਰੁਪਏ ਵੀ ਪਰ ਯੂਨਿਟ ਕਾਸਟ ਦੇਣੀ ਪੈ ਰਹੀ ਹੈ। ਉਹ ਕਹਿੰਦੇ ਨੇ ਸਾਨੂੰ ਮਤਲਬ ਕਿ ਇਹਦਾ ਜਿਹੜਾ ਟੈਰਿਫ 2 ਵੇ ਟੈਰਿਫ ਹੈ, ਇਹਨੂੰ 1 ਵੇ ਟੈਰਿਫ ਕਰ ਦਿੱਤਾ ਜਾਏ। ਰਿਪੋਰਟ ਇਹ ਇੰਡਸਟਰੀਜ਼ ਦੀ ਵੀ ਮੰਗ ਸੀ ਤੇ ਰਿਪੋਰਟ ਵੀ ਇਹੀ ਗੱਲ ਕਹਿੰਦੀ ਹੈ। ਇਹਦੇ ਨਾਲ ਤੁਸੀਂ ਕੀ ਇਤਫਾਕ ਰੱਖਦੇ ਹੋ ਕਿ ਜਿਹੜੀ ਇੰਡਸਟਰੀ ਕਿਉਂਕਿ ਜੇ ਚੱਲੇਗੀ ਤਾਂ ਹੀ ਰੁਜ਼ਗਾਰ ਬਣੇਗਾ? ਇਹ ਸਾਰਾ ਜਿਹੜਾ ਚਾਹੇ ਇੰਡਸਟਰੀ ਹੋਵੇ, ਭਾਵੇਂ ਕੰਮ ਧੰਦੇ ਹੋਵੇ, ਭਾਵੇਂ ਜੋ ਕੁਝ ਚੀਜ਼ਾਂ, ਇਹ ਸਾਰਾ ਕੋਰੋਨਾ ਵਾਇਰਸ ਕਰਕੇ ਸਾਰਾ ਕੁਝ ਡਿਸਟਰਬ ਹੋ ਗਿਆ ਔਰ ਇੰਡਸਟਰੀ ਵੀ ਅਛੂਤੀ ਨਹੀਂ ਰਹੀ ਹੈ। ਔਰ ਸਾਰਿਆਂ ਨੂੰ ਪਤਾ ਹੈ ਇੰਡਸਟਰੀ ਨੂੰ ਦੋਹਰੀ ਤਿਹਰੀ ਮਾਰ ਪਈ ਹੈ। ਇੰਡਸਟਰੀ ਜਿਹੜਾ ਮਾਲ ਬਣ ਕੇ ਪਿਆ ਹੋਇਆ ਸੀ ਉਹ ਪਿਆ ਸੜ ਗਿਆ। ਜਿਹੜੇ ਲੇਬਰ ਸੀਗੇ, ਲੇਬਰਾਂ ਨੂੰ ਰਿਟੇਨ ਕਰਕੇ ਫੈਕਟਰੀ ਮਾਲਕਾਂ ਨੇ ਆਪਣੇ ਕੋਲ ਰੱਖਿਆ ਸੀ, ਲੇਕਿਨ ਬਾਅਦ 'ਚ ਜਦੋਂ ਹਾਲਾਤ ਠੀਕ ਹੋਏ, ਸਰਕਾਰ ਨੇ ਮੁਫਤ ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹੀ ਜਿਹੜੇ ਬੰਦੇ 2-3 ਮਹੀਨੇ ਤੱਕ ਬੈਠ ਕੇ ਮਾਲਿਕ ਨੇ ਖਵਾਏ ਸੀਗੇ, ਉਹ ਸਾਰੇ ਆਪਣੇ ਫੈਕਟਰੀ ਛੱਡ ਕੇ ਪਿੰਡਾਂ ਨੂੰ ਭੱਜ ਗਏ। ਉਸ ਤੋਂ ਬਾਅਦ ਹੌਲੀ ਕਰਕੇ ਵਾਪਸੀ ਹੋ ਰਹੀ ਹੈ ਲੋਕਾਂ ਦੀ, ਲੇਕਿਨ ਜਿਹੜੀ ਫੈਕਟਰੀ ਮਾਲਿਕ ਹੈ, ਇੰਡਸਟਰੀ ਹਜੇ ਵੀ ਸੰਭਲ ਨਹੀਂ ਪਾਈ ਹੈ। ਇੰਡਸਟਰੀ ਨੂੰ ਬਹੁਤ ਬੜਾ ਧੱਕਾ ਪਿਆ। ਔਰ ਇੰਡਸਟਰੀ ਨੂੰ, ਕਿਉਂਕਿ ਇੰਡਸਟਰੀ ਇੱਕ ਇਹੋ ਜਿਹਾ ਅਦਾਰਾ ਹੈ, ਉਹ ਨਾ ਸਿਰਫ ਤੁਹਾਡੀ ਆਰਥਿਕਤਾ ਨੂੰ ਵਧਾਉਂਦਾ ਬਲਕਿ ਕਈਆਂ ਨੂੰ ਰੋਜ਼ਗਾਰ ਵੀ ਐਮਪਲੋਇਮੈਂਟ ਜਨਰੇਸ਼ਨ ਹੈ। ਬਿਲਕੁਲ ਇਹ ਜਿਹੜੀ ਸਰਕਾਰਾਂ ਹੁੰਦੀਆਂ ਨੇ, ਭਾਵੇਂ ਸਰਕਾਰੀ ਅਦਾਰੇ ਹੋਣ, ਭਾਵੇਂ ਸਰਕਾਰੀ ਲੀਡਰ ਹੋਣ, ਭਾਵੇਂ ਪੋਲੀਟੀਕਲ ਲੀਡਰ ਹੋਣ, ਇਹਨਾਂ ਨੇ ਇੰਡਸਟਰੀ ਨੂੰ ਹਮੇਸ਼ਾ ਦੁਧਾਰੀ ਗਾਂ ਸਮਝੀ ਹੋਈ ਹੈ। ਅਫਸਰ ਜਿਹੜੇ ਹੁੰਦੇ ਆ, ਸਰਕਾਰੀ ਅਫਸਰ, ਉਹ ਆਪਣੇ ਹਿੱਤ ਦੀ ਪੂਰਤੀ ਵਾਸਤੇ ਹਮੇਸ਼ਾ ਇੰਡਸਟਰੀ ਨੂੰ ਵਰਤਦੇ ਨੇ। ਜਦੋਂ ਚੋਣ ਆਉਂਦੇ ਨੇ, ਉਦੋਂ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਇੰਡਸਟਰੀਜ਼ ਨੂੰ ਪੈਸੇ ਖੋਣ ਵਾਸਤੇ ਉਹ ਕੋਸ਼ਿਸ਼ ਕਰਦੇ ਨੇ ਕਿ ਹਾਂ ਇੰਡਸਟਰੀ ਤੋਂ ਪੈਸਾ ਆਏਗਾ, ਫੰਡ ਆਏਗਾ। ਲੇਕਿਨ ਇੰਡਸਟਰੀ ਨੂੰ ਕੀ ਦਿੱਤਾ? ਇੰਡਸਟਰੀ ਤੁਹਾਨੂੰ ਵੀ ਦੇਣ ਜੋਗੀ ਹੋਏਗੀ ਜਦੋਂ ਇੰਡਸਟਰੀ ਨੂੰ ਤੁਸੀਂ ਉਸ ਜੋਗਾ ਬਣਾਓਗੇ। ਇਹ ਕੰਮ ਕਿਹਦਾ ਹੈਗਾ? ਇਹ ਸਰਕਾਰ ਦਾ ਕੰਮ ਹੈ। ਇਹਦੇ ਵਾਸਤੇ ਜਿਹੜੇ ਇੰਡਸਟਰੀ ਡਿਪਾਰਟਮੈਂਟ ਹੈਗਾ, ਹੋਰ ਵੀ तमाम ਵੱਡੇ ਅਦਾਰੇ ਹੈਗੇ, ਉਹਨਾਂ ਦਾ ਕੰਮ ਹੀ ਇਹੀ ਹੈਗਾ ਕਿ ਇੰਡਸਟਰੀ ਨੂੰ ਪੁਸ਼ਪਿਤ ਕੀਤਾ ਜਾਵੇ, ਫਲਵਿਤ ਕੀਤਾ ਜਾਵੇ। ਲੇਕਿਨ ਇਹ ਕੀ ਕਰਦੇ ਨੇ? ਇਹ ਸਿਰਫ ਉਹਨੂੰ ਵਸੂਲੀ ਦਾ ਜ਼ਰੀਆ ਗ੍ਰੈਬਿੰਗ ਦਾ ਕੰਮ। ਇਹ ਹਮੇਸ਼ਾ ਵਸੂਲੀ ਦਾ ਜ਼ਰੀਆ ਬਣਾ ਕੇ ਰੱਖਦੇ ਆ ਇੰਡਸਟਰੀ ਨੂੰ। ਤਾਂ ਇੰਡਸਟਰੀ ਕੋਰੋਨਾ ਕਰਕੇ ਨਾ ਸਿਰਫ ਇੰਡਸਟਰੀ, ਬਲਕਿ ਹੁਣ ਤੁਸੀਂ ਦੇਖ ਲਓ, ਪੰਜਾਬ ਦਾ ਇੱਕ ਸਮਾਂ ਸੀਗਾ ਇੰਡਸਟਰੀ ਦੇ ਵਿੱਚ ਇੰਨਾ ਵੱਡਾ ਨਾਂ ਸੀਗਾ, ਲੇਕਿਨ ਉਹ ਸਾਰੀ ਇੰਡਸਟਰੀ ਜਾਂ ਤਾਂ ਹਰਿਆਣੇ ਚਲੀ ਗਈ ਜਾਂ ਫਿਰ ਤੁਹਾਡੇ ਹਿਮਾਚਲ 'ਚ ਚਲੀ ਗਈ, ਕਿਉਂਕਿ ਉੱਥੇ ਦੀਆਂ ਸਰਕਾਰਾਂ ਨੇ ਆਪਣੀ ਸਹੂਲਤਾਂ ਦਿੱਤੀਆਂ, ਸਾਰਾ ਕੁਝ ਉਲਟ। ਪੰਜਾਬ ਨੇ ਉਲਟ ਕੀ ਕੀਤਾ? ਬਿਜਲੀ ਦਾ ਟੈਰਿਫ ਵਧਾਤਾ। ਇੱਥੇ ਪੋਲੀਟੀਕਲ ਔਰ ਜਿਹੜੀ ਅਫਸਰਸ਼ਾਹੀ ਦੀ ਮਾਰ ਜਿਹੜੀ ਸੀਗੀ ਇੰਡਸਟਰੀ ਦੇ ਉੱਤੇ ਇੰਨੀ ਤਗੜੀ ਪੈ ਗਈ ਕਿ ਸਾਰੀ ਇੰਡਸਟਰੀ ਇੱਥੋਂ escape ਕਰ ਗਈ। ਇਸ ਮਾਹੌਲ 'ਚ ਹੁਣ ਅੱਜ ਵੀ ਪੋਲੀਟੀਸ਼ੀਅਨਸ ਨੂੰ ਇਹ ਸਮਝ ਆ ਰਹੀ ਹੈ ਕਿ ਹਾਂ, ਹੁਣ ਵਾਪਸ ਆਪਾਂ ਜਿਹੜੀ ਗਲਤੀ ਕੀਤੀ ਹੈ ਉਹ ਗਲਤੀ ਨਾ ਕੀਤੀ ਜਾਵੇ। ਤਾਂ ਕੋਸ਼ਿਸ਼ ਕਰਕੇ ਜਿਹੜੀ ਕੰਜ਼ੀਕਿਊਟਿਵ ਗਵਰਨਮੈਂਟ ਜਿਹੜੀਆਂ ਆ ਰਹੀਆਂ, ਉਹ ਕੋਸ਼ਿਸ਼ ਕਰਦੀਆਂ ਨੇ ਕਿ ਹਾਂ ਆਪਾਂ ਬਹੁਤ, ਤੁਸੀਂ ਦੇਖਿਆ ਹੋਣਾ, ਵੱਡੇ ਪ੍ਰੋਗਰੈਸਿਵ ਪੰਜਾਬ ਸਮਿਟ, ਉਹ ਸਾਰਾ ਕੁਝ ਕੀਤਾ ਜਾਂਦਾ ਹੈ। ਇਹ ਸਿਰਫ ਇਸ ਵਾਸਤੇ ਹੁੰਦਾ ਹੈ ਕਿ ਹਾਂ ਇੰਡਸਟਰੀ ਆ ਵਾਪਸ ਮੁੜ ਕੇ ਪੰਜਾਬ 'ਚ ਆਵੇ। ਪੰਜਾਬ 'ਚ ਇੰਡਸਟਰੀ ਦਾ ਜਿਹੜਾ ਉਹ ਸੁਨਹਿਰਾ ਦੌਰ ਸੀਗਾ, ਜਦੋਂ ਪੰਜਾਬ 'ਚ ਇੰਪਲੋਇਮੈਂਟ ਦੀ ਇੰਨੀ ਵੱਧੋ ਇੰਪਲੋਇਮੈਂਟ ਹੁੰਦੇ ਸੀਗੇ। ਪੰਜਾਬ ਤੋਂ ਅੱਜ ਵੀ ਤੁਸੀਂ ਦੇਖ ਲਓ, ਲੁਧਿਆਣਾ ਔਰ ਜਲੰਧਰ ਦੇ ਵਿੱਚ ਇਹ ਦੋਨੋਂ ਜ਼ਿਲ੍ਹੇ ਇਹੋ ਜਿਹੇ ਹੈਗੇ ਜਿੱਥੇ ਯੂਪੀ ਔਰ ਬਿਹਾਰ ਦੇ ਆਧੇ ਬੰਦੇ ਉੱਥੇ ਆ ਕੇ ਨੌਕਰੀ ਕਰਦੇ ਨੇ, ਸਿਰਫ ਇਸ ਕਰਕੇ ਕਿ ਇੱਥੇ ਰੋਜ਼ਗਾਰ ਦਾ ਬਹੁਤ ਵੱਡਾ ਕੇਂਦਰ ਸੀਗਾ। ਔਰ ਹਾਲਾਂਕਿ ਬਹੁਤ ਸਾਰੀ ਇੰਡਸਟਰੀਆਂ ਅੱਜ ਬੰਦ ਹੋ ਗਈਆਂ, ਲੇਕਿਨ ਫਿਰ ਵੀ ਉਹਨਾਂ ਬੰਦਿਆਂ ਨੂੰ ਅੱਜ ਵੀ ਰੁਜ਼ਗਾਰ ਮਿਲਿਆ ਹੋਇਆ, ਤਾਂ ਕਰਕੇ ਉਹ ਅੱਜ ਵੀ ਟਿਕੇ ਹੋਏ ਆ। ਔਰ ਬਹੁਤ ਤਾਂ ਇਹੋ ਜਿਹੇ ਹੈਗੇ ਜਿਹੜੇ ਤੁਹਾਨੂੰ ਮਿਲ ਜਾਣਗੇ, ਜਿਹੜੇ ਉੱਥੇ ਬਾਸ਼ਿੰਦੇ ਹੋ ਗਏ, ਲੁਧਿਆਣਾ ਔਰ ਪੰਜਾਬ 'ਚ ਉਹ ਬਾਸ਼ਿੰਦੇ ਹੋ ਗਏ, ਉੱਥੇ ਰਹਿੰਦੇ ਪੱਕੇ ਤੌਰ 'ਤੇ ਰਹਿਣ ਲੱਗੇ। ਲੇਕਿਨ
ਆਜ ਦੇ ਜਿਹੜੇ ਹਾਲਾਤ ਨੇ ਇਹਦੇ ਵਿੱਚ ਤਾਂ ਸਰਕਾਰ ਨੂੰ ਵੀ ਚਾਹੀਦਾ, ਇੰਡਸਟਰੀ ਡਿਪਾਰਟਮੈਂਟ ਹੋਵੇ ਭਾਵੇਂ ਹੋਰ ਦੂਜੇ ਅਦਾਰੇ ਹੋਣ, ਉਹ ਇੰਡਸਟਰੀ ਨੂੰ ਇਸ ਵੇਲੇ ਇੱਕ ਹੈਲਪਿੰਗ ਹੈਂਡ ਦੀ ਜ਼ਰੂਰਤ ਹੈਗੀ, ਲੋੜ ਹੈਗੀ। ਉਹ ਹੈਲਪਿੰਗ ਹੈਂਡ ਐਕਸਟੈਂਡ ਕਰਕੇ ਸਰਕਾਰ ਨੂੰ ਚਾਹੀਦਾ, ਸਰਕਾਰੀ ਅਫਸਰਾਂ ਨੂੰ ਚਾਹੀਦਾ ਕਿ ਇੰਡਸਟਰੀ ਦੇ ਉੱਤੇ ਕੋਈ ਇਹੋ ਜਿਹਾ ਧੱਕਾ ਨਾ ਕਰਨ, ਕਿਉਂਕਿ ਇੰਡਸਟਰੀਆਂ ਖਾਸ ਤੌਰ ਤੇ ਪਾਵਰ, ਕਿਉਂਕਿ ਪਾਵਰ ਤਾਂ ਨੈਸੈਸਿਟੀ ਹੈ ਨਾ, ਪਾਵਰ ਬਿਨਾ ਪਾਵਰ ਦੇ ਕੁਝ ਨਹੀਂ ਹੋਣਾ, ਤੇ ਪਾਵਰ ਦੇ ਵਿੱਚ ਰਿਲੈਕਸੇਸ਼ਨ ਦੇਣੀ ਅੱਜ ਦੀ ਡੇਟ 'ਚ ਬਣਦੀ ਹੈ। ਔਰ ਇਹ ਜਿਹੜਾ ਰੂਲ ਸੀਗਾ ਕਿ ਹਾਂ ਅਗਰ ਜੇ ਫੁੱਲ ਕੈਪੈਸਿਟੀ ਤੇ ਇੰਡਸਟਰੀ ਚਲੇਗੀ ਤਾਂ ਇੱਕ ਟੈਰਿਫ ਹੋਏਗਾ, ਔਰ ਘੱਟ ਟੈਰਿਫ ਕੈਪੈਸਿਟੀ 'ਚ ਚਲੇਗਾ ਤਾਂ ਇਹ ਟੈਰਿਫ ਹੋਏਗਾ। ਅਗਰ ਇੰਡਸਟਰੀ ਕਹਿੰਦੀ ਹੈ ਕਿ ਨਹੀਂ ਸਿੰਗਲ ਟੈਰਿਫ ਸਿਸਟਮ ਲਾਗੂ ਕਰੋ, ਕਿਉਂਕਿ ਹਜੇ ਤੁਸੀਂ ਆਪਣੇ ਇੰਡਸਟਰੀ ਨੂੰ ਵਾਪਸ ਖੜਾ ਕਰਨਾ ਹੈ। ਜਿਹੜੀ ਇੰਡਸਟਰੀ ਨੂੰ ਤੁਸੀਂ ਪਿਛਲੇ 3-4 ਸਾਲਾਂ ਤੋਂ 5 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਹੁਣੇ ਕਿਹੜਾ ਫੁੱਲ ਕੈਪੈਸਿਟੀ ਤੇ ਚੱਲੀ ਹੈ, ਹਜੇ ਇੰਡਸਟਰੀਆਂ ਤਾਂ ਆਪਣੇ ਪੈਰਾਂ ਤੇ ਖੜੇ ਨਹੀਂ ਪਾਈਆਂ ਤੁਸੀਂ ਜਦ ਤੱਕ ਇਹ ਕੋਰੋਨਾ ਦੀ ਮਾਰ ਦੁਬਾਰਾ ਪੈ ਗਈ। ਤੇ ਇਸ ਕਰਕੇ ਥੋੜ੍ਹਾ ਜਿਹਾ ਸਿੰਪੈਥੈਟਿਕ ਵੇ ਨਾਲ ਸੋਚਣਾ ਚਾਹੀਦਾ। ਸਰਕਾਰੀ ਅਫਸਰ ਹੋਣ ਭਾਵੇਂ ਪੋਲੀਟੀਸ਼ੀਅਨਸ ਹੋਣ, ਸਰਕਾਰ 'ਚ ਬੈਠੇ ਜਿਹੜੇ ਵਜ਼ੀਰ ਨੇ, ਇਹਨਾਂ ਨੂੰ ਚਾਹੀਦਾ ਕਿ ਇੰਡਸਟਰੀ ਬਾਰੇ ਸੋਚਣ ਤਾਂ ਕਿ ਉਹ ਪੰਜਾਬ ਦੀ ਇੰਡਸਟਰੀ ਦਾ ਜਿਹੜਾ ਉਹ ਸੁਨਹਿਰਾ ਦੌਰ ਸੀਗਾ ਵਾਪਸ ਆ ਸਕੇ। ਪ੍ਰਾਪਰਟੀ ਟੈਕਸ ਦਾ ਇੱਕ ਮਸਲਾ ਹੈਗਾ। ਪ੍ਰਾਪਰਟੀ ਟੈਕਸ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਵਾਲ, ਕਿਉਂਕਿ ਤੁਸੀਂ ਇੱਥੇ ਮੋਹਾਲੀ 'ਚ ਦੇਖਿਆ ਹੋਣਾ, ਮੋਹਾਲੀ ਦੇ ਵੱਖ-ਵੱਖ ਹਿੱਸੇ ਨੇ, ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਸਰਕਲ ਰੇਟ ਨੇ, ਲੇਕਿਨ ਪੰਜਾਬ 'ਚ ਪੂਰੇ 'ਚ ਹੀ ਨੇ। ਹਾਂ, ਇਹ ਸਾਰਿਆਂ 'ਚ ਇਸ ਕਮੇਟੀ ਨੇ ਇਹ ਜਿਹੜੀ ਸਿਫਾਰਿਸ਼ ਕੀਤੀ ਹੈ ਕਿ ਅਬ ਇਹ ਜਿਹੜਾ ਪ੍ਰਾਪਰਟੀ ਟੈਕਸ ਦਾ ਮੁੱਦਾ ਉਹ ਸਰਕਲ ਰੇਟ ਦੇ ਹਿਸਾਬ ਨਾਲ ਫਿਕਸ ਕੀਤਾ ਜਾਏਗਾ। ਇਸ ਤੋਂ ਪਹਿਲਾਂ ਕੀ ਹੁੰਦਾ ਸੀ, ਜਿਹੜਾ ਸ਼ਹਿਰੀ ਇਲਾਕਾ ਹੁੰਦਾ ਸੀ, ਕਿਸੇ ਵੀ ਸ਼ਹਿਰੀ ਇਲਾਕੇ 'ਚ ਸਾਰੇ ਜਿਹੜੇ ਯੂਨੀਫਾਰਮ ਹੁੰਦਾ ਸੀ, ਇੱਕ ਯੂਨੀਫਾਰਮ ਟੈਰਿਫ ਸਿਸਟਮ ਹੁੰਦਾ ਸੀ ਪ੍ਰਾਪਰਟੀ ਟੈਕਸ ਦਾ, ਜਿਹੜਾ ਕਿਉਂ ਉਹਦੇ 'ਚ ਕਾਮਰਸ਼ੀਅਲ ਪ੍ਰਾਪਰਟੀ, ਰੈਂਟਲ ਪ੍ਰਾਪਰਟੀ ਔਰ ਰੈਜ਼ੀਡੈਂਸ਼ੀਅਲ ਐਕੋਮੋਡੇਸ਼ਨ, ਇਹ ਸਾਰਿਆਂ ਦੀ ਜਿਹੜੀ ਰੇਟ ਸੀਗੇ ਇਹਨਾਂ ਦੇ ਉਹ ਸਾਰੇ ਯੂਨੀਫਾਰਮ ਸੀਗੇ। ਸਿਰਫ ਆਹੋ ਜੇ ਕਮਰਸ਼ੀਅਲ ਦਾ ਇੱਕ ਰੇਟ ਹੈ, ਕਮਰਸ਼ੀਅਲ ਦਾ ਇੱਕ ਵੱਖਰਾ ਰੇਟ ਹੈ, ਰੈਜ਼ੀਡੈਂਸ ਦਾ ਇੱਕ ਵੱਖਰਾ ਰੇਟ ਹੈ। ਮਤਲਬ ਮੋਹਾਲੀ, ਮੈਂ ਹੁਣ ਤੁਹਾਨੂੰ ਦੱਸਦਾ, ਮੋਹਾਲੀ ਦੇ ਵਿੱਚ ਤਾਂ ਇਹ ਸਿਸਟਮ ਸੀਗਾ ਕਿ ਮੋਹਾਲੀ ਵਿੱਚ ਇਹਨਾਂ ਨੇ ਜਿਹੜੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ ਉਹਦੇ ਕਿਰਾਏ ਦੇ ਉੱਪਰ ਟੈਕਸ ਲਾਇਆ, ਉਹਦੀ ਬਗਾਵਤ ਹੋਈ, ਉਹਦੇ ਖਿਲਾਫ ਧਰਨੇ, ਰੋਸ ਪ੍ਰਦਰਸ਼ਨ, ਕਈ ਗੱਲਾਂ ਹੋਈਆਂ। ਉਹ ਤੋਂ ਬਾਅਦ ਇਹਨਾਂ ਨੇ ਕਿਰਾਏ ਦੇ ਉੱਪਰ ਜਿਹੜਾ ਸੀਗਾ ਪ੍ਰਾਪਰਟੀ ਟੈਕਸ ਉਹ ਵਾਪਸ ਲੈ ਲਿਆ। ਮਸਲਾ ਸਰ ਇੱਕ ਫਸਦਾ ਆ ਗਿਆ, ਪ੍ਰਾਪਰਟੀ ਟੈਕਸ ਤਾਂ ਇਹ ਲੈ ਲੈਣ, ਪ੍ਰਾਪਰਟੀ ਟੈਕਸ ਇਹ ਵਧਾਉਣ ਦੀ ਜਿਹੜੀ ਗੱਲ ਕੀਤੀ ਗਈ ਰਿਪੋਰਟ 'ਚ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਇੱਕ ਤਾਂ ਜਿਹੜੀਆਂ ਮਿਊਨਿਸਪੈਲਿਟੀਆਂ ਨੇ, ਮਿਊਨਿਸਪਲ ਕਾਰਪੋਰੇਸ਼ਨਸ ਨੇ, ਇਹਨਾਂ ਦੀ ਜਿਹੜੀ ਲਿਮਿਟ ਦੇ ਵਿੱਚ ਜਿਹੜੀ ਪ੍ਰਾਪਰਟੀ ਹੈ ਉਸੇ ਦੇ ਉੱਪਰ ਪ੍ਰਾਪਰਟੀ ਟੈਕਸ ਹੈ ਨਾ, ਤੇ ਉਹ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਉਸ ਪ੍ਰਾਪਰਟੀ ਟੈਕਸ ਨਾਲ ਮਿਊਨਿਸਪੈਲਿਟੀਆਂ ਵਿਕਾਸ ਦਾ ਕੰਮ ਕਰਦੀਆਂ ਨੇ। ਉਹ ਇਹ ਕਹਿੰਦੇ ਨੇ ਕਿ ਇਹ ਬੜਾ ਘੱਟ ਹੈ, ਤੇ ਇਸ ਕਰਕੇ ਇਹਨਾਂ ਨੂੰ ਜਿਹੜੇ ਸੈਂਟਰ ਦੀਆਂ ਪ੍ਰਾਯੋਜਿਤ ਸਕੀਮਾਂ ਨੇ ਜਿਹਦੇ ਉੱਥੋਂ ਪੈਸਾ ਆਉਣਾ ਹੁੰਦਾ, ਉਹ ਪੈਸਾ ਨਗਰ ਨਿਗਮਾਂ ਨੂੰ ਜਾਂ ਕੌਂਸਲਾਂ ਨੂੰ ਘੱਟ ਆਉਂਦਾ, ਵੀ ਉਹ ਪੈਸਾ ਵਧਾ ਲਓ। ਬਟ ਹੁਣ ਅੱਜ ਦੀ ਡੇਟ 'ਚ ਕੀ, ਪਹਿਲਾਂ ਵੀ ਹਾਲਾਤ ਇਹੀ ਨੇ ਵੀ ਜ਼ਰੀਆ ਜਿਹੜਾ ਪੈਸੇ ਦਾ ਉਹ ਤਾਂ ਇੱਕ ਹੀ ਹੈ ਨਾ ਜੀ। ਹੁਣ ਇੱਕ ਕਿਸਾਨਾਂ ਨੂੰ ਤੁਸੀਂ ਸਬਸਿਡੀ ਦੇ ਰਹੇ ਹੋ, ਤੁਸੀਂ ਦੇ ਰਹੇ ਹੋ, ਇੰਡਸਟਰੀ ਨੂੰ ਤੁਸੀਂ ਸਬਸਿਡੀ ਦੀ ਗੱਲ ਕਰਦੇ ਹੋ, ਤੁਸੀਂ ਕਰਦੇ ਹੋ। ਪ੍ਰਾਪਰਟੀ ਟੈਕਸ ਤੁਸੀਂ ਕਿਹਦੇ ਕੋਲ ਲੈਣਾ ਜੀ? ਜਿਹੜੇ ਮੱਧ ਵਰਗੀ ਪਰਿਵਾਰ ਨੇ, ਜਿਹੜੇ ਸ਼ਹਿਰ 'ਚ ਵਸ ਰਹੇ ਨੇ, ਉਹਨਾਂ ਕੋਲੋਂ ਤੁਸੀਂ ਪ੍ਰਾਪਰਟੀ ਟੈਕਸ ਦੇ ਰੂਪ ਦੇ ਵਿੱਚ ਪੈਸਾ ਹੋਰ ਕੱਢਣਾ ਹੈ, ਜੇ ਇੱਕ ਹੋਰ ਟੈਕਸ ਇਹਨੂੰ ਵਧਾਉਣਾ ਹੈ, ਤਾਂ ਨੈਚੁਰਲੀ ਤੌਰ 'ਤੇ ਉਹ ਪੈਸਾ ਜਿਹੜਾ ਇੱਥੋਂ ਨਿਕਲੂਗਾ ਜੇਬ 'ਚੋਂ, ਉਹ ਉਹਦੀ ਅਲੱਗ-ਅਲੱਗ ਜਿਹੜੀ ਉਹਦੀ ਪਾਵਰ ਹੈ, ਪਾਵਰ ਆਫ ਬਾਇੰਗ ਅਦਰ ਕੋਮੋਡਿਟੀਜ਼, ਉਹ ਘਟੇਗੀ। ਜਦੋਂ ਉਹ ਘਟ ਜੇਗੀ ਤਾਂ ਨੈਚੁਰਲੀ ਉਹਦੀ ਮਾਰ GST ਦੇ ਪੈ ਜੇਗੀ। ਮਤਲਬ ਤੁਸੀਂ ਇੱਕ ਜੇਬ 'ਚੋਂ ਪੈਸਾ ਤਾਂ ਕੱਢ ਲਿਆ, ਉਹ ਦੂਜੇ ਪਾਸੇ ਉਹ ਖਰਚਾ ਕਰਨ ਤੋਂ ਰਹਿ ਗਿਆ, ਇੱਧਰੋਂ ਤੁਸੀਂ ਪੈਸਾ ਲੈ ਲਿਆ, ਉੱਧਰੋਂ ਤੁਹਾਡਾ GST ਖਤਮ ਹੋ ਗਿਆ। ਇੱਕ ਸੋਰਸ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰੋਗੇ, ਦੂਜਾ ਸੋਰਸ ਤੁਸੀਂ ਘਟਾ ਲਓਗੇ। ਸੋ ਪ੍ਰਾਪਰਟੀ ਟੈਕਸ, ਮੈਨੂੰ ਨਹੀਂ ਲੱਗਦਾ ਕਿ ਪ੍ਰਾਪਰਟੀ ਟੈਕਸ ਇਸ ਤਰ੍ਹਾਂ ਹੁਣ ਇਮੀਡੀਏਟਲੀ ਵਧਾ ਲੈਣਗੇ। ਜੇ ਇਹਨਾਂ ਨੂੰ, ਜੇ ਪੋਪੂਲਿਸਟ ਗਵਰਨਮੈਂਟ ਹੀ ਹੈ ਇਹ, ਤੇ ਪੋਪੂਲਿਸਟ ਗਵਰਨਮੈਂਟ ਇਹੋ ਜਿਹਾ ਫੈਸਲਾ ਹਲੇ ਲੈਣ ਦੀ ਸਥਿਤੀ ਵਿੱਚ ਮੈਨੂੰ ਨਹੀਂ ਲੱਗਦੀ, ਕਿਉਂਕਿ ਰਿਵੋਲਟ ਹੋਏਗਾ। ਇਲੈਕਸ਼ਨ ਤਾਂ 2022 ਚ ਫਰਵਰੀ ਚ ਖੜੇ ਨੇ ਆਏ। ਸਾਡੇ ਜਿਹੜੇ ਲੋਕਤਾਂਤਰਿਕ ਸਿਸਟਮ ਹੈਗਾ ਉਹਦੀ ਸਭ ਤੋਂ ਬੜੀ ਜਿਹੜੀ ਕਮੀ ਹੈਗੀ ਉਹ ਇਹੀ ਹੈਗੀ ਕਿ ਕੋਈ ਵੀ ਚੀਜ਼ ਜਿਹੜੀ ਚੋਣਾਂ ਦੇ ਪਲੜੇ ਦੇ ਉੱਤੇ ਰੱਖ ਕੇ ਤੋਲੀ ਜਾਂਦੀ ਹੈ, ਤਾਂ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਕੋਈ ਵੀ ਸਰਕਾਰ ਇਹੋ ਜੀ ਹਿਮਾਕਤ ਨਹੀਂ ਕਰੇਗੀ ਜਦੋਂ ਚੋਣਾਂ ਸਿਰਫ ਇੱਕ ਸਾਲ 1.5 ਸਾਲ ਰਹਿ ਗਏ ਚੋਣਾਂ ਵਾਸਤੇ, ਤਾਂ ਕੋਈ ਵੀ ਸਰਕਾਰ ਇਹੋ ਜਿਹਾ ਕੋਈ ਕਦਮ ਨਹੀਂ ਚੁੱਕੇਗੀ ਜਿਹਦੇ ਨਾਲ ਉਹਨੂੰ ਜਨਤਾ ਦੇ ਰੋਸ ਦਾ ਸਾਹਮਣਾ ਕਰਨਾ ਪਏ। ਤਾਂ ਇਹ ਪ੍ਰਾਪਰਟੀ ਵਾਲਾ ਜਿਹੜਾ ਮਸਲਾ ਹੈਗਾ, ਇਹ ਮੈਨੂੰ ਲੱਗਦਾ ਇਹੋ ਜਿਹਾ ਸਿੱਧਾ ਮੁੱਦਾ ਹੈਗਾ ਜਿਹੜਾ ਹਰ ਘਰ ਦੇ, ਖਾਸ ਕਰ ਇਹ ਜਿਹੜਾ ਮੱਧ ਵਰਗੀ ਜਿਹੜਾ ਹੈਗਾ, ਜਿਹੜਾ ਪਰਿਵਾਰ ਦੇ ਨਾਲ ਜੁੜਿਆ ਹੋਇਆ, ਕਈ ਬੰਦੇ ਬਿਜ਼ਨਸ ਕਰਦੇ ਨੇ, ਜਿਹੜੀ ਛੋਟੀ ਨੌਕਰੀਆਂ ਕਰਦੇ ਨੇ, ਜਿਹੜੇ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਦੇ
4 ਕਮਰੇ ਦਾ ਜਿਹਨਾਂ ਦਾ ਮਕਾਨ ਹੈਗਾ 2 ਕਮਰੇ ਉਹਨਾਂ ਨੇ ਕਿਰਾਏ ਤੇ ਦੇ ਕੇ ਰੱਖੇ ਹੋਏ ਆ। ਉਸੇ ਕਿਰਾਏ ਦੇ ਨਾਲ ਉਹਦਾ ਇਨਕਮ ਟੈਕਸ ਵੀ ਦਿੰਦੇ ਨੇ, ਉਹਦੇ ਇਨਕਮ ਟੈਕਸ ਵੀ ਦਿੰਦੇ ਨੇ। ਔਰ ਸਭ ਤੋਂ ਇੱਕ ਹੋਰ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਕਿ ਤੁਸੀਂ ਇੱਕ ਪਾਸੇ ਤਾਂ ਜਿਹੜਾ ਰੈਵਨਿਊ ਵਧਾਉਣ ਦੀ ਗੱਲ ਕਰ ਰਹੇ ਹੋ ਕਿ ਵੀ ਚਲੋ ਨਗਰ ਨਿਗਮਾਂ ਦਾ ਰੈਵਨਿਊ ਆਏਗਾ, GST ਘਟ ਜਾਏਗਾ, ਰੈਵਨਿਊ ਇੱਕ ਪਾਸੇ ਆਏਗਾ, ਇੱਕ ਡਿਸਬੈਲੈਂਸ ਹੋ ਰਿਹਾ। ਲੇਕਿਨ ਮੇਰਾ ਇੱਕ ਸਵਾਲ ਹੋ ਰਿਹਾ ਹੈ ਕਿ ਜਿਹੜਾ ਪੈਸਾ ਇੱਕ ਪਾਸੇ ਰੈਵਨਿਊ ਆ ਰਿਹਾ ਨਗਰ ਨਿਗਮਾਂ 'ਚ, ਉਹ ਕਿਆ ਤੁਹਾਡੇ ਵਾਸਤੇ ਵਾਕਈ ਪੂਰੇ ਸ਼ਹਿਰ ਦੇ ਵਿਕਾਸ ਦੇ ਵਿੱਚ ਪੂਰਾ ਲੱਗ ਰਿਹਾ? ਉਹ ਅਲੱਗ ਸਿਸਟਮ ਹੈ, ਉਹਦੇ ਵਿੱਚ ਕਮਿਸ਼ਨਾਂ ਉਹਦੇ ਵਿੱਚ ਸਭ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਬਿਲਕੁਲ ਪਬਲਿਕ ਨੂੰ ਦੇਖੋ, ਪਬਲਿਕ ਪੂਰਾ ਸਿਰਫ ਅਸੀਂ ਸਾਡਾ ਟੈਕਸੇਸ਼ਨ ਜਿਹੜਾ ਸਿਸਟਮ ਹੈਗਾ ਇੱਕ ਯੂਨੀਵਰਸਲ ਸਿਸਟਮ ਹੈਗਾ, ਪੂਰੀ ਦੁਨੀਆ 'ਚ ਹੈਗਾ। ਕੋਈ ਵੀ ਆਮ ਨਾਗਰਿਕ ਟੈਕਸ ਦੇਣ ਤੋਂ ਨਹੀਂ ਡਰਦਾ। ਤੁਸੀਂ ਦੇਖਿਆ ਹੋਣਾ ਸੜਕਾਂ 'ਤੇ ਟੋਲ ਟੈਕਸ ਦਾ ਸਿਸਟਮ ਚਾਲੂ ਹੋਇਆ, ਕਿਉਂਕਿ ਜਦੋਂ ਆਪਾਂ ਇੱਕ ਗੱਡੀ ਖਰੀਦਦੇ ਹਾਂ, ਗੱਡੀ ਦੇ ਉੱਤੇ ਆਪਾਂ ਰੋਡ ਟੈਕਸ ਦਿੰਦੇ ਹਾਂ 15 ਸਾਲ ਦਾ। ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਨਹੀਂ ਰੋਡ ਜਿਹੜੀ ਆ ਉਹ ਟੁੱਟੀ ਮਿਲ ਗਈ, ਤਾਂ ਫਿਰ ਇਹ ਹੁੰਦਾ ਨਹੀਂ ਅਭੀ ਨਵਾਂ ਰੋਡ ਅਸੀਂ ਵਧੀਆ ਰੋਡ ਬਣਾ ਕੇ ਦੇ ਰਹੇ ਹਾਂ, ਤੁਹਾਨੂੰ 5 ਰੁਪਏ ਦੇਣੇ ਪੈਣਗੇ। ਲੋਕੀ ਕਹਿੰਦੇ ਚਲੋ ਜੀ ਕੋਈ 5 ਰੁਪਏ ਵਾਧੂ ਦੇ ਦੇਣਗੇ, ਲੇਕਿਨ ਰੋਡ ਸਾਨੂੰ ਵਧੀਆ ਹੋਣੀ ਚਾਹੀਦੀ। ਹੁਣ ਉਹ 5 ਰੁਪਏ ਅੱਜ ਕਿੱਥੇ ਜਾ ਕੇ ਖੜਾ ਤੁਹਾਨੂੰ ਦੇਖ ਲਓ। ਇੱਕ 40 ਕਿਲੋਮੀਟਰ ਦੀ ਸਟ੍ਰੈਚ ਤੇ 100 ਰੁਪਏ 150 ਰੁਪਏ ਟੋਲ ਟੈਕਸ ਲੱਗ ਰਹੇ ਆ। ਜਾਂ ਤਾਂ ਇਹ ਹੋਵੇ ਨਾ ਸੜਕਾਂ ਹੀ ਨਵੇਂ ਸਿਰੇ ਤੋਂ ਬਣਾਈਆਂ ਗਈਆਂ, ਸੜਕਾਂ ਬਣੀਆਂ ਹੋਈਆਂ ਦੇ ਉੱਪਰ ਹੀ ਤੁਸੀਂ ਉਹਨੂੰ ਰਿਪੇਅਰ ਹੀ ਕਰ ਰਹੇ ਹੋ। ਬਸ ਉਹਨੂੰ ਇੱਕ ਲੇਅਰ ਜੀ ਚੜਾਤੀ, ਬਸ ਉਹਦੇ ਤੁਸੀਂ ਪੈਸੇ ਲੈਣੇ। ਮਾੜੀ ਮੋਟੀ ਐਮਿਨਿਟੀਜ਼ ਇੱਧਰ ਉੱਧਰ ਜਿਹੜੀ ਮੈਂਡੇਟਰੀ ਹੈਗੀ ਉਹ ਸਿਰਫ ਫਾਰਮੈਲਿਟੀਜ਼ ਕੰਪਲੀਟ ਕਰਕੇ ਉਹ ਬੇਸਿਕਲੀ ਪੋਲੀਟੀਸ਼ੀਅਨਸ ਵੱਲੋਂ ਇਹ ਸੜਕਾਂ ਵੇਚ ਦਿੱਤੀਆਂ ਜਾਂਦੀਆਂ ਨੇ। ਜਿਹੜੀ ਕੋਈ ਵੀ ਸਰਕਾਰ ਆਂਦੀ ਹੈ ਉਹ ਆਪਣੇ ਕਿਸੇ ਨੇੜੇ ਤੇੜੇ ਵਾਲੇ ਬੰਦੇ ਨੂੰ, ਆਪਣੇ ਕਿਸੇ ਫਾਲੋਅਰ ਨੂੰ, ਆਪਣੇ ਕਿਸੇ ਸਪੋਰਟਰ ਨੂੰ ਵੇਚ ਦਿੰਦੀ ਹੈ। ਮਤਲਬ ਜਿਸ ਚੀਜ਼ ਦੀ ਰਾਖੀ ਕਰਨ ਵਾਸਤੇ ਸਰਕਾਰ ਨੇ ਤੁਹਾਨੂੰ, ਜਨਤਾ ਨੇ ਤੁਹਾਨੂੰ ਚੁਣ ਕੇ ਭੇਜਿਆ, ਤੁਸੀਂ ਉਹਦੀ ਸਿੱਧਾ ਉਹਦੀ ਨਿਲਾਮੀ ਕਰ ਦਿੰਦੇ ਹੋ। ਤੁਸੀਂ ਇਹ ਦੇਖੋ ਸਰ ਕਿ ਜਿਹੜੀਆਂ ਮੇਨ ਕੁਝ ਗੱਲਾਂ ਨੇ ਜਿਹੜੀਆਂ ਕਿ ਟੱਚ ਨਹੀਂ ਕੀਤੀਆਂ ਗਈਆਂ ਇਸ ਰਿਪੋਰਟ ਦੇ ਵਿੱਚ, ਉਹ ਹੈਗੀਆਂ ਨੇ ਜਿਹੜੀ ਨਵਜੋਤ ਸਿੰਘ ਸਿੱਧੂ ਵੱਲੋਂ ਐਜ਼ ਸਥਾਨਕ ਸਰਕਾਰ ਮੰਤਰੀ ਹੁੰਦੇ ਹੋਏ ਜਿਹੜੀਆਂ ਚੀਜ਼ਾਂ ਚੱਕੀਆਂ ਗਈਆਂ ਸੀ, ਉਹ ਸੀਗੀ ਪਹਿਲੀ ਸੈਂਡ ਮਾਫੀਆ, ਦੂਜੀ ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਲਿਕਰ ਮਾਫੀਆ, ਐਡਵਰਟੀਜ਼ਮੈਂਟ ਮਾਫੀਆ, ਹੈ ਨਾ ਜੀ, ਕੇਬਲ ਮਾਫੀਆ। ਇਹ ਸਾਰੀਆਂ ਗੱਲਾਂ ਉਦੋਂ ਇਸ ਕਰਕੇ ਚੱਕੀਆਂ ਗਈਆਂ ਸੀ ਕਿਉਂਕਿ ਇਹਨਾਂ ਤੋਂ ਰੈਵਨਿਊ ਜਿੰਨਾ ਜਨਰੇਟ ਹੋਣਾ ਚਾਹੀਦਾ ਹੈ ਓਨਾ ਹੋ ਨਹੀਂ ਰਿਹਾ। ਮਤਲਬ ਕਿ ਉਹਨਾਂ ਦੇ ਕਹਿਣ ਦਾ ਤਾਂ ਮਤਲਬ ਇਹ ਸੀਗਾ ਕਿ ਇਹ ਤੋਂ ਇੰਨਾ ਰੈਵਨਿਊ ਜਨਰੇਟ ਹੋ ਸਕਦਾ ਹੈ ਕਿ ਵੀ ਇਸ ਰੈਵਨਿਊ ਦੇ ਆਧਾਰਿਤ ਪੰਜਾਬ ਦਾ ਕਰਜ਼ਾ ਉਤਰ ਸਕਦਾ। ਅੱਜ ਉਹੀ ਹਾਲਾਤ ਨੇ, ਉਸੇ ਕਾਰਨ ਦੇਖੋ ਉਹ ਪੋਲਿਟਿਕਸ ਕਿੱਥੇ ਬੈਠੇ ਹੋਏ ਆ। ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਨਬਜ਼ 'ਤੇ ਹੱਥ ਰੱਖਿਆ, ਲੇਕਿਨ ਉਹ ਜਿਹੜੀ ਨਬਜ਼ ਫੜੀ ਸੀਗੀ ਉਹ ਨਬਜ਼ ਨਿਕਲੀ ਕਿਸ ਦੀ? ਇਹੀ ਜਿਹੜੇ ਪੋਲੀਟੀਸ਼ੀਅਨਸ ਦੇ ਕਿਸੇ ਖਾਸ ਬੰਦੇ ਦੀ ਨਿਕਲ ਗਈ ਕਿ ਬਈ ਜਿਹੜੇ ਬੰਦਿਆਂ ਤੋਂ ਇਹ ਪੈਸੇ ਲੈਣ ਦੀ ਗੱਲ ਕਰ ਰਹੇ ਇਹ ਤਾਂ ਆਪਣੇ ਸਾਰੇ ਖਾਸ ਨੇ, ਆਪਣੇ ਫਾਲੋਅਰ ਨੇ, ਤਾਂ ਆਪਾਂ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਕਿਉਂਕਿ ਇਹੀ ਸਾਡੇ ਰੈਵਨਿਊ ਦਾ ਸੋਰਸ ਨੇ। ਜਿਹੜਾ ਅੰਦਰ ਖਾਤੇ ਜਿਹੜਾ ਪੈਸਾ ਆਉਂਦਾ ਹੈ ਜਦੋਂ ਆਪਾਂ ਚੋਣਾਂ ਲੜਨੀਆਂ ਹੁੰਦੀਆਂ, ਆਪਾਂ ਹੋਰ ਸਾਨੂੰ ਕੋਈ ਲੋੜ ਪੈਂਦੀ ਹੈ। ਨਹੀਂ ਪਰ ਇਹ ਸਾਰੀਆਂ ਸਰਕਾਰਾਂ ਇਹ ਕਿਉਂ ਕਰਦੀਆਂ ਨੇ? ਮਤਲਬ ਜਿਹੜੀ ਸਰਕਾਰ ਵੈਲਫੇਅਰ ਸਟੇਟ ਦੇ ਨਾਂ ਤੇ ਆਈ ਹੈ, ਜਿਹੜੀ ਸਰਕਾਰ ਇਹ ਕਹਿ ਕੇ ਆਈ ਹੈ ਕਿ ਅਸੀਂ ਸੁਧਾਰ ਲਿਆਵਾਂਗੇ, ਉਹ ਸਰਕਾਰ ਤਾਂ ਕੁਛ ਤਾਂ ਸੋਲਿਡ ਸਟੈਪਸ ਚੱਕ ਸਕਦੀ ਸੀ ਉਦੋਂ ਆਉਂਦੇ ਸਾਰ। ਤੁਸੀਂ ਦੇਖ ਲਓ, ਸਿੱਧਾ ਤੁਹਾਡੇ ਸਾਹਮਣੇ ਉਦਾਹਰਣ ਹੈ। ਜਦੋਂ ਕੈਪਟਨ ਸਰਕਾਰ ਆਈ ਸੀਗੀ ਉਹਨਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਇਸ ਗੱਲ ਦੀ ਵਕਾਲਤ ਕੀਤੀ ਸੀ ਕਿ ਆਪਾਂ ਕੇਬਲ ਮਾਫੀਆ ਤੇ ਕੰਟਰੋਲ ਕਰਾਂਗੇ। ਬਿਲਕੁਲ। ਅੱਜ ਇਸ ਸਰਕਾਰ ਦੇ ਵੀ 3 ਸਾਲ ਪੂਰੇ ਹੋ ਗਏ, ਚੌਥੇ ਸਾਲ 3.5 ਸਾਲ ਹੋ ਗਏ, 3.5 ਸਾਲ ਹੋ ਗਏ, ਚੌਥੇ ਸਾਲ 'ਚ ਰਨ ਕਰ ਰਹੀ ਹੈ ਸਰਕਾਰ। ਲੇਕਿਨ ਕੇਬਲ ਮਾਫੀਆ ਦੇ ਉੱਤੇ ਜਿਹੜਾ ਨਕੇਲ ਕਸਣੀ ਸੀਗੀ ਉਹ ਕਿੱਥੇ ਗਿਆ ਉਹ ਵਾਅਦਾ ਤੁਹਾਡਾ? ਬਿਲਕੁਲ। 3.5 ਸਾਲ ਬਾਅਦ ਅੱਜ ਪਹਿਲੀ ਵਾਰੀ ਤੁਸੀਂ ਦੇਖਿਆ ਹੋਣਾ ਮੋਬਾਈਲ ਸੈੱਟ 8-8 10 ਮੋਬਾਈਲ ਸੈੱਟ ਇੱਕ ਜ਼ਿਲ੍ਹਿਆਂ 'ਚ ਬੱਚਿਆਂ ਨੂੰ ਦਿੱਤੇ ਗਏ ਆ। ਬਿਲਕੁਲ। ਉਸ ਤੋਂ ਇਲਾਵਾ ਜਿਹੜੀ ਘਰ ਰੋਜ਼ਗਾਰ ਦੀ ਗੱਲ ਸੀਗੀ ਉਹ ਕਿੱਥੇ ਪਹੁੰਚੀ? ਤਾਂ ਗੱਲਾਂ ਹੁੰਦੀਆਂ ਨੇ, ਸਰਕਾਰਾਂ ਜਿਹੜੀਆਂ ਬਣਦੀਆਂ ਨੇ ਲੋਕ ਲੁਭਾਵਨ ਨਾਰਿਆਂ ਦੇ ਕਰਕੇ, ਉਹਦੇ ਦਮ ਤੇ ਸਰਕਾਰ ਤਾਂ ਬਣ ਜਾਂਦੀ ਹੈ। ਲੇਕਿਨ ਮੈਂ ਸਰਕਾਰ ਦੀ ਗੱਲ ਨਹੀਂ, ਮੈਂ ਰਿਪੋਰਟ ਦੀ ਗੱਲ ਕਰ ਰਿਹਾ ਕਿ ਰਿਪੋਰਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੀ ਤਾਂ ਇੰਗਿਤ ਕੀਤਾ ਜਾਣਾ ਚਾਹੀਦਾ ਸੀ ਕਿਤੇ ਨਾ ਕਿਤੇ। ਇਸ ਰਿਪੋਰਟ ਮੈਂ ਸਰਕਾਰ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਇਸ ਰਿਪੋਰਟ ਨੂੰ ਲਾਗੂ ਕਰਨਾ ਜਾਂ ਇਸ ਰਿਪੋਰਟ ਦੀ ਸੈਂਕਟਿਟੀ ਨੂੰ ਮੇਨਟੇਨ ਕਰਨਾ ਜਾਂ ਜਿਹੜੀ ਲਾਗੂ ਕਰਨ ਦੀ ਜਿਹੜੀ ਭਾਵਨਾ ਹੁੰਦੀ ਹੈ ਉਹਦੇ ਪਿੱਛੇ ਸਰਕਾਰ ਦਾ ਹੀ ਹੱਥ ਹੁੰਦਾ। ਨਹੀਂ ਪਰ ਇਹ ਲਿਆਂਦੇ ਤਾਂ ਸਹੀ ਇੱਛਾ ਹੁਣ ਜਿਹੜੇ ਆਪੋਜੀਸ਼ਨ ਵਾਲੇ ਲੋਕ ਹੈ, ਆਮ ਆਦਮੀ ਪਾਰਟੀ ਹੈ ਜਾਂ ਦੂਜੇ ਤੀਜੇ, ਇਹਨਾਂ ਨੇ ਹੁਣ ਕਹਿਣਾ ਸ਼ੁਰੂ ਕਰਤਾ ਹੈ ਕਿ ਜਿਹੜੀ ਇਹ ਰਿਪੋਰਟ ਹੈ ਅਸੀਂ ਤਾਂ ਇਹਨੂੰ ਸਿਰੇ ਤੋਂ ਖਾਰਜ ਕਰਦੇ ਹਾਂ ਕਿਉਂਕਿ ਸੈਂਟਰ ਦੀਆਂ ਪਾਲਿਸੀਜ਼ ਦੇ ਅਨੁਰੂਪ ਇਹ ਬਣਾਈ ਗਈ ਹੈ ਰਿਪੋਰਟ।
ਇਹ ਹਰ ਸਟੇਟ 'ਚ ਤੁਸੀਂ ਇਹੀ ਦੇਖੋਗੇ। ਜਿਹੜੀ ਸਰਕਾਰ ਉਸ ਵੇਲੇ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਨੇ ਆਪਣੇ ਖਾਸ ਲੋਕਾਂ ਨੂੰ ਸ਼ਾਮਿਲ ਕੀਤਾ। ਭਾਵੇਂ ਡਾਕਟਰ ਮਨਮੋਹਨ ਸਿੰਘ ਬਹੁਤ ਵੱਡੇ ਅਰਥ ਸ਼ਾਸਤਰੀ ਨੇ, ਲੇਕਿਨ ਉਹ ਕਾਂਗਰਸ ਦੇ ਨੇ, ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ। ਉਸੇ ਤਰ੍ਹਾਂ ਮੁੰਟੇਕ ਸਿੰਘ ਅਹਲੂਵਾਲੀਆ ਇਸ ਦੇਸ਼ ਦੇ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਰਹੇ ਹੋਏ ਨੇ। ਉਹਨਾਂ ਨੂੰ ਕਾਫੀ ਬਹੁਤ ਵੱਡਾ ਤਜਰਬਾ ਹੈਗਾ ਇਸ ਆਰਥਿਕਤਾ ਦਾ। ਇਹਨਾਂ ਲੋਕਾਂ ਨੇ ਅਗਰ ਕੋਈ ਚੀਜ਼ ਸਟੱਡੀ ਕਰਕੇ ਦਿੱਤੀ ਹੈ, ਉਹਦਾ ਕਹਿਣ ਦਾ ਤਰੀਕਾ ਥੋੜ੍ਹਾ ਵੱਖਰਾ ਹੋ ਸਕਦਾ, ਲੇਕਿਨ ਜਿਹੜੀ ਰਿਕਮੈਂਡੇਸ਼ਨਸ ਹੈਗੀਆਂ ਉਹ ਹਕੀਕਤ ਦੇ ਧਰਾਤਲ 'ਤੇ ਹੈਗੀ। ਸਰਕਾਰ ਨੂੰ ਇਹ ਚੀਜ਼ ਸੋਚਣਾ ਚਾਹੀਦਾ ਕਿ ਹਾਂ ਇਹਨਾਂ ਚੀਜ਼ਾਂ ਨੂੰ ਬਿਨਾਂ ਇੱਕ ਸਮਾਜ ਦਾ ਜਿਹੜਾ ਨਿਚਲਾ ਔਰ ਮੱਧ ਵਰਗੀ ਤਬਕਾ ਹੈਗਾ ਉਹਨੂੰ ਉਹਦੇ ਹਿੱਤਾਂ ਨੂੰ ਚੋਟ ਪਹੁੰਚਾਏ ਬਿਨਾਂ ਆਪਾਂ ਇਸ ਦੇ ਉੱਤੇ ਕਿਸ ਪ੍ਰਕਾਰ ਅਮਲ ਕਰ ਸਕਦੇ ਹਾਂ, ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਸਰਕਾਰ ਦਾ ਕੰਮ ਇਹੀ ਹੈਗਾ, ਇਸੇ ਕਰਕੇ ਸਰਕਾਰ ਨੂੰ ਜਨਤਾ ਮੌਕਾ ਦਿੰਦੀ ਹੈ। ਵੈਲਫੇਅਰ ਸਟੇਟ ਕਿਹਾ ਜਾਂਦਾ। ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਸਮਾਜ ਦਾ ਉਹ ਤਬਕਾ ਜਿਹੜਾ ਉਸ ਬੋਝ ਨੂੰ ਉਠਾ ਸਕਦਾ ਉਹਦੇ ਉੱਤੇ ਤਾਂ ਉਹ ਬੋਝ ਪਾਇਆ ਜਾਵੇ, ਲੇਕਿਨ ਜਿਹੜਾ ਦਬਾ ਕੁਚਲਿਆ, ਜਿਹੜਾ ਆਪਣੀ ਮਜਬੂਰੀਆਂ ਨਾਲ ਆਲਰੇਡੀ ਦੱਬਿਆ ਹੋਇਆ ਜਿਹੜਾ ਤਬਕਾ ਹੈਗਾ ਉਹਨੂੰ ਹੋਰ ਭਾਰ ਦੇ ਕੇ ਬਿਲਕੁਲ ਨਾ ਦਬਾਇਆ ਜਾਏ। ਭਾਵੇਂ ਉਹ ਕਿਸਾਨੀ ਹੋਵੇ, ਭਾਵੇਂ ਸ਼ਹਿਰੀ ਮੱਧ ਵਰਗੀ ਤਬਕਾ ਹੋਵੇ, ਭਾਵੇਂ ਇੰਡਸਟਰੀ ਹੋਵੇ, ਇਹ ਜਿਹੜੇ ਕਿਉਂਕਿ ਇਹ ਸਾਰੇ ਸਮਾਜ ਦੇ ਸਾਡੇ ਹਿੱਸੇ ਨੇ। ਇਹਨਾਂ ਸਾਰਿਆਂ ਦਾ ਜਿਹੜਾ ਯੋਗਦਾਨ ਹੈਗਾ ਸਮਾਜ ਦੇ ਵਿਕਾਸ 'ਚ ਹੈਗਾ। ਇਸ ਕਰਕੇ ਸਰਕਾਰ ਦਾ ਆਪਣਾ ਫਰਜ਼ ਬਣਦਾ ਕਿ ਇਹਦੇ ਬਾਰੇ ਬਿਲਕੁਲ ਸਹਾਨੁਭੂਤੀਪੂਰਵਕ ਵਿਚਾਰ ਕਰੇ, ਨਾਲੇ ਇਹ ਵੀ ਧਿਆਨ ਰੱਖੇ ਕਿ ਹਾਂ ਸਾਡੀ ਆਰਥਿਕਤਾ ਨੂੰ ਕੋਈ ਨੁਕਸਾਨ ਨਾ ਪਹੁੰਚੇ। ਮੈਂ ਤਾਂ ਅੱਗੇ ਗੱਲ ਤੋਰਦਾ ਜੀ ਵੀ ਆਰਥਿਕਤਾ ਨੂੰ ਹੋਰ ਬੜਾਵਾ ਦੇਣ ਵਾਸਤੇ ਸਰਕਾਰ ਉਹਨਾਂ ਗੱਲਾਂ ਦੇ ਉੱਪਰ ਫੋਕਸ ਕਰੇ, ਜੋ ਚੀਜ਼ਾਂ ਜੋ ਕਮੀਆਂ ਨੇ ਉਹ ਕਮੀਆਂ ਨੂੰ ਖਤਮ ਕਰੇ। ਜਿਹੜੇ ਜਿੱਥੋਂ ਰੈਵਨਿਊ ਆ ਸਕਦਾ ਬਲਕ ਦੇ ਵਿੱਚ, ਮੈਂ ਤਾਂ ਕਹਿੰਦਾ ਜੇ ਇੰਨਾ ਰੈਵਨਿਊ ਆ ਜਾਵੇ ਪੰਜਾਬ ਨੂੰ ਤਾਂ ਹੋ ਸਕਦਾ ਪੰਜਾਬ ਆਪਣਾ ਕਰਜ਼ਾ ਮਾਫ ਤਾਂ ਕਰ ਹੀ ਸਕਦਾ। ਸਾਰੇ ਜਿਹੜੇ ਆਪਣੇ ਜਿਹੜੇ ਵਸਿੰਦੇ ਨੇ, ਜਿਹੜੇ ਪੰਜਾਬ ਦੇ ਵਸਨੀਕ, ਇਹਨਾਂ ਨੂੰ ਟੈਕਸ ਫ੍ਰੀ ਕਰ ਸਕਦਾ, ਇਹਨਾਂ ਨੂੰ ਰਾਹਤਾਂ ਬੜੀਆਂ ਵੱਡੀਆਂ ਦੇ ਸਕਦਾ, ਬਸ਼ਰਤੇ ਕਿ ਪੋਲਿਟਿਕਸ ਫॉर ਵੈਲਫੇਅਰ ਆਫ ਦਾ ਪੀਪਲ ਕੀਤੀ ਜਾਵੇ, ਨਾ ਕਿ ਵੋਟਾਂ ਦੀ ਰਾਜਨੀਤੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਇਸ ਐਪੀਸੋਡ ਨੂੰ ਵਾਚ ਕਰੋ, ਇਹਦੇ ਬਾਰੇ ਸਾਨੂੰ ਆਪਣੇ ਤੁਸੀਂ ਵਿਚਾਰ ਭੇਜੋ, ਇਹਨੂੰ ਲਾਈਕ ਕਰੋ, ਇਹਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ, ਔਰ ਜਿਹੜਾ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਸਾਡੇ ਅਗਲੇ ਨੋਟੀਫਿਕੇਸ਼ਨਸ ਮਿਲਦੇ ਰਹਿਣ। ਬਹੁਤ ਧੰਨਵਾਦ।